ਹੈਲੋ एवरीवन ਗੁੱਡ ਮਾਰਨਿੰਗ। ਅੱਜ ਮੈਂ ਜੋ ਚੀਜ਼ ਤੁਹਾਡੇ ਸਾਰਿਆਂ ਨਾਲ ਡਿਸਕਸ ਕਰਨ ਜਾ ਰਹੀ ਹਾਂ ਉਹ ਹੈ ਕਿ ਮੇਰੀ ਪ੍ਰੈਗਨੈਂਸੀ ਜਰਨੀ। ਮੇਰੇ ਬੇਟੇ ਦਾ ਨਾਮ ਕਾਨਾ ਹੈ ਔਰ ਉਹਦਾ ਨਾਮ ਇੱਦਾਂ ਹੀ ਲੈ ਕੇ ਮੈਂ ਤੁਹਾਡੇ ਸਾਰਿਆਂ ਨਾਲ ਗੱਲ ਕਰੂੰਗੀ ਅੱਜ। ਤੋ ਜਦੋਂ ਮੈਨੂੰ ਮਤਲਬ ਕਿ ਆਈ ਗੋਟ ਮੈਰਿਡ, ਸਭ ਨਾਲ ਪਹਿਲੇ ਤਾਂ ਮਤਲਬ ਇਟ ਵਾਜ਼ ਨਾਟ ਪਲੈਨਡ ਕਿ ਮਤਲਬ ਕਿ 2 ਸਾਲ ਬਾਅਦ ਕਰਨਾ, 1 ਸਾਲ ਬਾਅਦ ਕਰਨਾ। ਇਟ ਵਾਜ਼ ਜਸਟ ਲਾਈਕ ਫॉर ਮੀ ਕਿ ਜਦੋਂ ਵੀ ਹੋ ਜਾਏਗਾ ਆਈ ਐਮ ਓਕੇ ਵਿਦ ਇਟ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਦੋਂ ਵੀ ਮਤਲਬ ਮੈਨੂੰ ਕਨਸੀਵ ਹੋ ਜਾਏਗਾ। ਬਟ ਮਤਲਬ ਕਿ ਪਹਿਲੇ ਸਟਾਰਟਿੰਗ ਦੇ 2 ਇਅਰਸ ਮੈਨੂੰ ਪਰਮਾਤਮਾ ਨੇ ਹੀ ਨਹੀਂ ਚਾਹਿਆ ਕਿ ਮੈਨੂੰ ਕਨਸੀਵ ਹੋਵੇ ਔਰ ਮਤਲਬ ਕਨਸੀਵ ਹੋ ਹੀ ਨਹੀਂ ਰਿਹਾ ਸੀ ਨੈਚੁਰਲੀ। ਮੈਨੂੰ ਮਤਲਬ ਕਿ ਟੈਨਸ਼ਨ ਹੋਣੀ ਸਟਾਰਟ ਹੋ ਗਈ ਕਿ ਮੈਨੂੰ ਕਨਸੀਵ ਕਿਉਂ ਨਹੀਂ ਹੋ ਰਿਹਾ। ਇਹ ਵੀਡੀਓ ਸਿਰਫ ਉਹਨਾਂ ਮੈਰਿਡ ਗਰਲਸ ਲਈ ਹੈ ਜੋ ਕਿ ਬਹੁਤ ਜ਼ਿਆਦਾ ਸਟ੍ਰੈਸ ਲੈ ਜਾਂਦੀਆਂ ਕਿ ਸਾਨੂੰ ਪ੍ਰੈਗਨੈਂਸੀ ਕਿਉਂ ਨਹੀਂ ਕਨਸੀਵ ਹੋਈ। ਤੋ ਮਤਲਬ ਕਿ ਮੈਨੂੰ ਵੀ ਬਹੁਤ ਟੈਨਸ਼ਨ ਹੋ ਗਈ ਕਿ ਮੈਨੂੰ ਮਤਲਬ ਕਿ ਕਨਸੀਵ ਕਿਉਂ ਨਹੀਂ ਹੋ ਰਿਹਾ। ਤੋ ਮੈਂ ਆਪਣਾ ਟ੍ਰੀਟਮੈਂਟ ਲੈਣਾ ਸਟਾਰਟ ਕਰਤਾ ਔਰ ਬਿਲਕੁਲ ਮਤਲਬ ਕਿ ਇੱਦਾਂ ਦੇ ਹੌਸਪੀਟਲ ਤੋਂ ਟ੍ਰੀਟਮੈਂਟ ਲੈਣਾ ਸਟਾਰਟ ਕੀਤਾ ਜਿਹੜਾ ਕਿ ਮਤਲਬ ਨੰਬਰ 1 ਹੌਸਪੀਟਲ ਹੈ, ਅੱਛਾ ਖਾਸਾ ਰੈਪੂਟੇਟਿਡ। ਤੋ ਮਤਲਬ ਟ੍ਰੀਟਮੈਂਟ ਲੈਣਾ ਮੈਂ ਸਟਾਰਟ ਕਰਤਾ ਉੱਥੇ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਦੇ ਡਿਡ ਮਾਈ ਸੈਵਰਲ ਅਲਟਰਾਸਾਊਂਡਸ। ਮਤਲਬ ਮੈਨੂੰ ਕੋਈ ਗਿਣਤੀ ਨਹੀਂ ਹੈ। ਪਹਿਲਾ ਅਲਟਰਾਸਾਊਂਡ मतलब मैं करवाया नहीं। मैंने बोला कि आई एम नॉट कंफर्टेबल और मैंने छोड़ दिया। लेकिन उस अल्ट्रासाउंड तो बाद मेरे इन्ने ज़्यादा अल्ट्रासाउंड होए एंड रिपोर्ट्स आर नॉर्मल। हर वारी मतलब जदों भी अल्ट्रासाउंड होए रिपोर्ट्स नॉर्मल, रिपोर्ट्स नॉर्मल, रिपोर्ट्स नॉर्मल। ਮਤਲਬ ਮੈਨੂੰ ਆਪਣੇ ਆਪ 'ਤੇ ਡਾਊਟ ਹੋਣ ਲੱਗ ਗਿਆ, ਵਾਈ ਮੀ। ਸਮਟਾਈਮਸ ਮਤਲਬ ਕਿ ਅਸੀਂ ਪਰਮਾਤਮਾ ਨੂੰ ਦੋਸ਼ ਦਿੰਦੇ ਹਾਂ ਕਿ ਨਾ ਮਤਲਬ ਕਿ ਮੈਨੂੰ ਕਨਸੀਵ ਕਿਉਂ ਨਹੀਂ ਹੋ ਰਿਹਾ ਔਰ ਤੁਸੀਂ ਮੈਨੂੰ ਹੀ ਕਿਉਂ ਚੁਣਿਆ ਕਿ ਇੰਨੀ ਦੇਰ ਬਾਅਦ ਤੁਸੀਂ ਮੈਨੂੰ ਦਿਓਗੇ ਜਾਂ ਕੁਛ ਹੈ। ਤੋ ਮੈਂ ਵੀ ਇਹ ਚੀਜ਼ਾਂ ਕਰਦੀ ਰਹੀ, ਪਰਮਾਤਮਾ ਤੋਂ ਸ਼ਿਕਾਇਤਾਂ ਵੀ ਕਰਦੀ ਰਹੀ ਔਰ ਮੈਨੂੰ ਲੱਗਿਆ ਕਿ ਪਰਮਾਤਮਾ ਪਤਾ ਨਹੀਂ ਮੈਨੂੰ ਕਿਉਂ ਨਹੀਂ ਦੇ ਰਹੇ ਔਰ ਮਤਲਬ ਮੇਰੇ ਤੋਂ ਬਾਅਦ ਕਿਸੇ ਦੀ ਮੈਰਿਜ ਹੋਈ, ਉਹਨੂੰ ਹੋ ਗਿਆ। ਇਹ ਗੱਲ ਬਿਲਕੁਲ ਸੱਚ ਹੈ ਕਿ ਮੈਂ ਕਿਸੇ ਤੋਂ ਵੀ ਜੈਲਸ ਫੀਲ ਨਹੀਂ ਕੀਤੀ। ਬਟ ਮੈਨੂੰ ਲੱਗਿਆ ਕਿ ਹਾਂ ਇਹ ਚੀਜ਼ ਮੈਂ ਇਹ ਖੁਸ਼ੀ ਆਪਣੇ ਘਰਦਿਆਂ ਨੂੰ ਦੇਣਾ ਚਾਹੁੰਦੀ ਹਾਂ ਔਰ ਪਰਮਾਤਮਾ ਮੇਰਾ ਸਾਥ ਨਹੀਂ ਦੇ ਰਿਹਾ ਉਹਦੇ ਵਿੱਚ। ਮਤਲਬ ਮੈਂ ਆਪਣਾ ਸਭ ਕੁਝ ਕਰਵਾਇਆ, ਆਪਣੇ ਟੈਸਟ ਕਰਵਾਏ, ਆਪਣੇ ਅਲਟਰਾਸਾਊਂਡ ਕਰਵਾਏ ਔਰ HSG ਵੀ ਕਰਵਾਇਆ ਆਪਣਾ, ਜਿਹਦੇ ਵਿੱਚ ਕਿ ਫੈਲੋਪੀਅਨ ਟਿਊਬਸ ਦੇਖਦੇ ਹੈ ਕਿ ਉਹ ਓਪਨ ਹੈ ਨਹੀਂ ਹੈ। ਬਿਕੋਜ਼ ਉਹਦੇ ਵਿੱਚ ਮਤਲਬ ਕਿ ਤੁਹਾਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਜੇ ਉਹ ਕਲੋਜ਼ ਹੋਣ ਤਾਂ ਤੁਸੀਂ ਮਤਲਬ ਕਿ ਕਨਸੀਵ ਨਹੀਂ ਕਰ ਸਕਦੇ ਅਗਰ ਉਹ ਕਲੋਜ਼ ਹੋਣ। ਉਹ ਵੀ ਚੈੱਕ ਕਰਵਾ ਲਿਆ ਮੈਂ, ਬਿਲਕੁਲ ਉਹ ਲਾਸਟ ਪ੍ਰੋਸੈਸ ਹੈ। ਅਗਰ ਤੁਹਾਨੂੰ ਕਨਸੀਵ ਨਹੀਂ ਹੋ ਰਿਹਾ ਤਾਂ HSG ਬਿਲਕੁਲ ਲਾਸਟ ਪ੍ਰੋਸੈਸ ਹੈ ਕਿ ਉਹ ਚੈੱਕ ਕਰਦੇ ਹੈ ਕਿ ਤੁਹਾਡੀਆਂ ਜਿਹੜੀਆਂ ਫੈਲੋਪੀਅਨ ਟਿਊਬਸ ਹੈ ਉਹ ਖੁੱਲੀਆਂ ਕਿ ਬੰਦ ਹੈ। ਉਹ ਵੀ ਬਿਲਕੁਲ ਸਕਸੈਸਫੁਲ ਰਿਹਾ, ਉਹਦੀਆਂ ਰਿਪੋਰਟਸ ਵੀ ਬਿਲਕੁਲ ਨੋਰਮਲ। ਆਈ ਵਾਸ ਲਾਈਕ ਮਤਲਬ ਮੇਰੇ ਨਾਲ ਹੀ ਕੀ ਹੋ ਰਿਹਾ। ਮਤਲਬ ਜਦੋਂ ਵੀ ਫਿਰ ਮਤਲਬ ਕਿ ਲਾਸਟ ਹੋਇਆ ਡਾਕਟਰ ਨੇ ਬੋਲਿਆ ਕਿ ਕਾਜਲ ਯੋਰ ਰਿਪੋਰਟਸ ਆਰ ਨੋਰਮਲ। ਤਾਂ ਮੈਨੂੰ ਲੱਗਿਆ ਭਾਈ ਇਹਨੂੰ ਹੀ ਰਿਪੋਰਟ ਨੋਰਮਲ ਲੱਗ ਰਹੀ ਹੈ ਤਾਂ ਮਤਲਬ ਇਹਦੇ ਵਾਸਤੇ ਦੀ ਚੀਜ਼ ਨਹੀਂ ਹੈਗੀ। ਮਤਲਬ ਦੁਨੀਆ ਭਰ ਦੇ ਇੰਜੈਕਸ਼ਨਸ ਉਹਨੇ ਲਗਾਏ ਮੈਨੂੰ, ਕਦੀ ਥਾਈਸ ਦੇ ਵਿੱਚ, ਕਦੀ ਸਟਮਕ ਦੇ ਵਿੱਚ ਕਦੀ ਕੁਛ ਕਦੀ ਕੁਛ। ਉਹਨੇ ਅਲਟਰਾਸਾਊਂਡ ਜਿੰਨੀ ਵਾਰੀ ਮੈਂ ਜਾਣਾ ਉਹਨੇ ਅਲਟਰਾਸਾਊਂਡ ਕਰਨਾ ਮੇਰਾ, ਜਿੰਨੀ ਵਾਰੀ ਜਾਣਾ। ਤੋ ਇੱਕ ਟਾਈਮ ਸੀਗਾ ਜਿੱਥੇ ਆਈ ਜਸਟ ਲੋਸਟ ਹੋਪ ਕਿ ਹੋਏਗਾ ਠੀਕ ਆ, ਨਹੀਂ ਹੋਏਗਾ ਤਾਂ ਵੀ ਠੀਕ ਹੈ ਔਰ ਦੇਖਿਆ ਜਾਏਗਾ ਜੋ ਵੀ ਹੋਏਗਾ। ਤਾਂ ਮੈਂ ਲਾਸਟ ਟਾਈਮ ਉਹਦੇ ਕੋਲ ਗਈ, ਮਤਲਬ ਮੈਨੂੰ ਟ੍ਰੀਟਮੈਂਟ ਲੈਂਦੇ ਹੋਏ ਪੂਰਾ 1.25 ਸਾਲ ਹੋ ਚੱਲਿਆ ਸੀਗਾ। ਮੈਂ ਵਿਆਹ ਤੋਂ ਸਾਲ ਬਾਅਦ ਹੀ ਟ੍ਰੀਟਮੈਂਟ ਲੈਣਾ ਸਟਾਰਟ ਕਰਤਾ ਸੀ ਬਿਕੋਜ਼ ਇੱਕ ਨੈਚੁਰਲੀ ਮੈਨੂੰ ਕਨਸੀਵ ਨਹੀਂ ਹੋ ਰਿਹਾ ਸੀਗਾ। ਮੈਨੂੰ ਹੀ ਟੈਨਸ਼ਨ ਸੀਗੀ, ਮੇਰੀ ਫੈਮਿਲੀ ਵੱਲੋਂ ਮੈਨੂੰ ਕੋਈ ਪ੍ਰੈਸ਼ਰ ਨਹੀਂ ਸੀਗਾ ਕਿਸੇ ਚੀਜ਼ ਦਾ ਕਿ ਕਨਸੀਵ ਨਹੀਂ ਹੋ ਪਾ ਰਿਹਾ ਜਾਂ ਕੁਛ ਹੈ। ਉਹ ਬਹੁਤ ਜ਼ਿਆਦਾ ਸਪੋਰਟਿਵ ਸੀਗੇ। ਜੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਟ੍ਰੀਟਮੈਂਟ ਕਰਵਾਉਣਾ ਹੈ, ਉਹ ਕਹਿੰਦੇ ਹਾਂ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ, ਸਾਡੇ ਵੱਲੋਂ ਕੋਈ ਪ੍ਰੈਸ਼ਰ ਨਹੀਂ ਹੈ ਤੈਨੂੰ ਕਿ ਨਹੀਂ ਹੋ ਰਿਹਾ ਤਾਂ ਤੂੰ ਕੋਈ ਸਟ੍ਰੈਸ ਲੈਣਾ ਜਾਂ ਤੂੰ ਕੋਈ ਟੈਨਸ਼ਨ ਲੈਣੀ ਹੈ। ਜੋ ਵੀ ਮੈਂ ਮਤਲਬ ਵੀਡੀਓਜ਼ 'ਚ ਬੋਲਦੀ ਹਾਂ ਨਾ, ਆਈ ਟਰਾਈ ਟੂ ਬੀ ਨੈਚੁਰਲ। ਕੁਛ ਵੀ ਮਤਲਬ ਕਿ ਐਕਸਟਰਾਆਰਡੀਨਰੀ ਨਹੀਂ ਕਰਦੀ ਮੈਂ। ਜੋ ਵੀ ਮੇਰੇ ਦਿਲ 'ਚ ਹੁੰਦਾ ਆਈ ਸ਼ੇਅਰ ਵਿਦ ਯੂ ਆਲ। ਔਰ ਮੈਨੂੰ ਲੱਗਦਾ ਹੈ ਕਿ ਇਹ ਵੀਡੀਓ ਬਹੁਤ ਹੈਲਪ ਕਰੇਗੀ ਉਹਨਾਂ ਮੈਰਿਡ ਗਰਲਸ ਲਈ ਜੋ ਕਿ ਨੈਚੁਰਲੀ ਕਨਸੀਵ ਨਹੀਂ ਕਰ ਪਾ ਰਹੀਆਂ। ਤੋ ਮਤਲਬ ਕਿ ਜਦੋਂ ਮੈਨੂੰ ਇਸ ਟਾਈਮ ਪੀਰੀਅਡ ਦੇ ਵਿੱਚ ਨਹੀਂ ਕਨਸੀਵ ਹੋਇਆ 2 ਸਾਲ, 1 ਸਾਲ ਤਾਂ ਮਤਲਬ ਮੈਨੂੰ ਨੈਚੁਰਲੀ ਕਨਸੀਵ ਨਹੀਂ ਹੋਇਆ। 1 ਸਾਲ ਬਾਅਦ ਮੈਂ ਟ੍ਰੀਟਮੈਂਟ ਲੈਣਾ ਸਟਾਰਟ ਕਰਤਾ ਸੀਗਾ ਆਪਣਾ।
ਸਵਾ ਸਾਲ ਮੈਂ ਉਹਦਾ ਟ੍ਰੀਟਮੈਂਟ ਲਿੱਤਾ ਔਰ ਇੱਕ ਦਿਨ ਕੀ ਹੋਇਆ ਮਤਲਬ ਕਿ ਸਾਰੇ ਟੈਸਟ ਹੋ ਗਏ, HSG ਵੀ ਹੋ ਗਿਆ, ਸਭ ਕੁਛ ਹੋ ਗਿਆ। ਮੈਂ ਜਾਂਦੀ ਰਹੀ, ਉਹ ਮੈਨੂੰ ਹਰ ਹਫ਼ਤੇ ਬੁਲਾ ਲੈਂਦੀ ਕਿ ਇਸ ਦਿਨ ਆਣਾ ਹੈ, ਇਸ ਦਿਨ ਆਣਾ ਹੈ, ਇਸ ਦਿਨ ਆਣਾ ਹੈ। ਆਈ ਸੈਡ ਓਕੇ, ਓਕੇ, ਓਕੇ। ਮਤਲਬ ਮੈਂ ਜਾਂਦੀ ਔਰ ਫਿਰ ਮਤਲਬ ਉਹ ਮੇਰੇ ਅਲਟਰਾਸਾਊਂਡ ਕਰਦੀ, ਰਿਪੋਰਟਸ ਨੋਰਮਲ ਆਉਂਦੀਆਂ। मैं एक दिन आया लास्ट, उन्होंने मैंने कहा कि काजल हार्मोन टेस्ट करेंगे आपका एंड एक ब्लड टेस्ट आपको करवाना पड़ेगा और ये 1000 रुपये की दवाई है, आप ले लेना नीचे से। मैंने कहा ओके मैम, मैं ले लूँगी। तो मैंने मतलब अपने हस्बैंड को कॉल करी, मैंने कहा नाउ शी इज़ सेइंग कि यू हैव टू डू हार्मोन टेस्ट एंड 2500 रुपये का होगा वो। और फिर उसके बाद बोल रही है कि ब्लड टेस्ट करवाना। तो फिर मेरे हस्बैंड बोले कि ऐसा कर, तू घर आ जा। मैंने दवाई भी ले ली लेकिन मैंने टेस्ट नहीं करवाए। 1000 रुपये की दवाई आई, मैं घर आ गई। तो घर आई, मैंने वो मेडिसिन अपने बेड पे रख दी, मैंने उसमें से एक टैबलेट नहीं खाई। आई विल नॉट ब्लेम एनीवन कि मतलब कि ਮੈਨੂੰ ਹੌਸਪੀਟਲ ਦੀ ਵਜ੍ਹਾ ਨਾਲ ਹੀ ਕਨਸੀਵ ਨਹੀਂ ਹੋਇਆ। ਸਮਟਾਈਮਸ ਅਸੀਂ ਪਰਮਾਤਮਾ ਦਾ ਇੰਤਜ਼ਾਰ ਨਹੀਂ ਕਰਦੇ ਕਿ ਉਹਨਾਂ ਨੇ ਸਾਡੇ ਵਾਸਤੇ ਕੁਛ ਸੋਚਿਆ ਹੋਣਾ। ਅਸੀਂ ਇੰਪੇਸ਼ੈਂਟ ਹੋ ਜਾਂਦੇ ਹਾਂ ਕਿ ਮੈਨੂੰ ਹੀ ਕਿਉਂ ਨਹੀਂ, ਮੈਨੂੰ ਹੀ ਕਿਉਂ ਨਹੀਂ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਇੰਪੇਸ਼ੈਂਟ ਹੋਣ ਦੀ ਕੋਈ ਲੋੜ ਨਹੀਂ ਹੈਗੀ। ਪਰਮਾਤਮਾ ਹਰ ਕਿਸੇ ਵਾਸਤੇ ਚੰਗਾ ਹੀ ਸੋਚਦਾ। ਮੈਂ ਇੱਕ ਬਹੁਤ ਜ਼ਿਆਦਾ ਸਪਿਰਿਚੁਅਲ ਪਰਸਨ ਹੈਗੀ ਹਾਂ, ਜੋ ਕਿ ਰਿਲੀਜੀਅਸ ਬਹੁਤ ਜ਼ਿਆਦਾ ਬਿਲੀਵ ਕਰਦੀ ਹਾਂ ਹਰ ਚੀਜ਼ ਨੂੰ। ਔਰ ਇਸ ਇਨਸੀਡੈਂਟ ਤੋਂ ਬਾਅਦ ਤਾਂ ਮਤਲਬ ਉਹ ਮੇਰੇ ਨਾਲ ਕੁਝ ਚੰਗਾ ਕਰੇ, ਬੁਰਾ ਕਰੇ, ਮੈਂ ਹਰ ਟਾਈਮ ਉਹਦੇ ਸ਼ੁਕਰਾਨੇ ਕਰਦੀ ਹਾਂ ਕਿ ਹਾਂਜੀ ਤੁਸੀਂ ਕੀਤਾ ਹੋਣਾ ਅਤੇ ਤੁਸੀਂ ਕੁਝ ਸੋਚ ਕੇ ਕੀਤਾ ਹੋਣਾ ਔਰ ਅੱਛਾ ਹੀ ਸੋਚਿਆ ਹੋਣਾ ਮੇਰੇ ਬਾਰੇ, ਤਾਂ ਹੀ ਤੁਸੀਂ ਕੀਤਾ ਇਹ। ਤੋ ਮੈਂ ਉਹਨਾਂ ਦੀ ਮੈਡੀਸਨ ਆਪਣੇ ਬੈੱਡ 'ਤੇ ਰੱਖੀ ਔਰ ਮੈਂ ਉਹਦੇ 'ਚੋਂ ਇੱਕ ਟੈਬਲੇਟ ਨਹੀਂ ਖਾਧੀ। ਡਿਊਰਿੰਗ ਮਾਈ ਟ੍ਰੀਟਮੈਂਟ, ਜਦੋਂ ਮੇਰਾ ਟ੍ਰੀਟਮੈਂਟ ਉਹਨਾਂ ਕੋਲ ਚੱਲ ਰਿਹਾ ਸੀ, ਆਈ ਗੋਟ ਕਨਸੀਵਡ 2 ਟਾਈਮਸ। ਆਈ ਗੋਟ ਕਨਸੀਵਡ ਔਰ ਮੈਂ ਉਹਨਾਂ ਨੂੰ ਇਨਫੋਰਮ ਕੀਤਾ ਕਿ ਮਤਲਬ ਮੈਨੂੰ ਕਨਸੀਵ ਹੋ ਗਿਆ। ਤੋ ਉਹਨਾਂ ਨੇ ਮੈਨੂੰ ਕੁਛ ਐਸੀ ਟੈਬਲੇਟ ਦਿੱਤੀ ਕਿ ਤੁਸੀਂ ਮਤਲਬ ਕਿ ਇਹਨੂੰ ਲਈਓ ਔਰ ਕੀ ਕਹਿੰਦੇ ਇਹਦੇ ਨਾਲ ਨਾ ਬੱਚਾ ਠਹਿਰਿਆ ਰਹੇਗਾ, ਜਿੱਦਾਂ ਕਿ ਤੁਹਾਨੂੰ ਇੰਨੇ ਟਾਈਮ ਦਾ ਕਨਸੀਵ ਨਹੀਂ ਹੋ ਰਿਹਾ ਸੀਗਾ। ਤੋ ਜਿੱਦਾਂ ਹੀ ਮੈਂ ਉਹ ਟੈਬਲੇਟ ਲਵਾਂ ਤੋ ਮਤਲਬ ਕਿ ਆਈ ਗੋਟ ਮਾਈ ਪੀਰੀਅਡਸ। ਤੋ ਫਿਰ 2 ਟਾਈਮਸ ਹੋਇਆ ਇੱਦਾਂ। ਥੋੜ੍ਹਾ ਜਿਹਾ ਖਟਕਿਆ ਮਨ ਨੂੰ ਜਦੋਂ ਉਹਨੇ ਮੈਨੂੰ ਕਿਹਾ ਕਿ ਕਾਜਲ ਆਈ ਡੋਂਟ ਅੰਡਰਸਟੈਂਡ ਯੋਰ ਰਿਪੋਰਟਸ ਆਰ ਟੋਟਲੀ ਨੋਰਮਲ। तो आई वाज़ लाइक इन्हू समझ ही नहीं आ रही कि की प्रॉब्लम है की नहीं। तो मैंने कॉल की आशीष को, माय हस्बैंड नेम इज़ आशीष। मैंने उन्हें कॉल करी कि भाई मेरे को ऐसे ऐसे बोल रही है कि टेस्ट करवाना है। तो बोले कि आप घर आ जाओ। मैं घर आ गई, मैंने मेडिसिन रख दी उसकी, टेस्ट नहीं करवाया मैंने हार्मोन टेस्ट। मतलब वो लास्ट डे था, मैं उसके पास गई और मेडिसिन भी नहीं खाई जो उसने मुझे दी थी। मैंने मतलब कि वही मेरा मतलब लास्ट डे था ट्रीटमेंट का उसके पास। वो महीना भी नहीं गुजरा एंड आई गॉट कंसीव्ड बाय गॉड ग्रेस। मतलब कि मैं नहीं ਕਹਿਣਾ ਚਾਹੂੰਗੀ ਕਿ ਉਹਨਾਂ ਦੀਆਂ ਮੈਡੀਸਿਨਸ ਮੈਨੂੰ ਕਨਸੀਵ ਹੋਣ ਤੋਂ ਰੋਕ ਰਹੀਆਂ ਸੀ ਜਾਂ ਕੀ ਸੀਗਾ, ਆਈ ਡੋਂਟ ਨੋ। ਪਰ ਜੇ ਮੈਂ ਸਵਾ ਸਾਲ ਤੱਕ ਉਹਦਾ ਟ੍ਰੀਟਮੈਂਟ ਚਲਾਇਆ, ਜੇ ਮੈਂ ਪਹਿਲਾਂ ਹੀ ਰੋਕ ਦਿੰਦੀ, ਕੀ ਪਤਾ ਮੈਂ ਪਹਿਲਾਂ ਹੀ ਕਨਸੀਵ ਹੋ ਜਾਂਦੀ। ਚਲੋ ਮੈਂ ਕਿਸੇ ਚੀਜ਼ ਨੂੰ ਬਲੇਮ ਨਹੀਂ ਦਿੰਦੀ, ਜੋ ਜਿਸ ਚੀਜ਼ ਦਾ ਟਾਈਮ ਹੁੰਦਾ ਪਰਮਾਤਮਾ ਉਦੋਂ ਹੀ ਤੁਹਾਨੂੰ ਦਿੰਦਾ। तो मतलब कि नेचुरली आई गॉट कंसीव्ड उसी महीने, जिस महीने मैंने उनकी मेडिसिन बंद करी उसी महीने नेचुरली मुझे कंसीव हो गया। और उस तो बाद मैं ਸਾਰਾ ਕੁਝ ਪਰਮਾਤਮਾ 'ਤੇ ਛੱਡਤਾ ਕਿ ਹੁਣ ਤੁਸੀਂ ਦਿੱਤਾ ਤਾਂ ਦੇਖਣਾ ਵੀ ਤੁਸੀਂ ਹੈ। ਇਹ ਨਹੀਂ ਕਿ ਮੈਂ ਪੂਰੀ ਉਹਨਾਂ ਵਾਲੀ ਰਿਸਪੋਂਸੀਬਿਲਿਟੀ ਛੱਡਤੀ ਕਿ ਬੱਚਾ ਤੁਹਾਡਾ ਹੀ ਹੈ ਤਾਂ ਤੁਸੀਂ ਦੇਖਣਾ। ਨਹੀਂ, ਆਈ ਵਾਜ਼ ਵੈਰੀ ਕੇਅਰਫੁਲ ਅਬਾਊਟ ਮਾਈ ਪ੍ਰੈਗਨੈਂਸੀ। ਔਰ ਮੈਂ ਬਾਹਰ ਦਾ ਬਿਲਕੁਲ ਖਾਣਾ ਬੰਦ ਕਰਤਾ, ਜੰਕ ਫੂਡ ਕੁਛ ਵੀ ਨਹੀਂ ਖਾਧਾ। ਔਰ ਮਤਲਬ ਜਦੋਂ ਮੈਨੂੰ ਕਨਸੀਵ ਸੀਗਾ ਉਸ ਟਾਈਮ ਕਰੋਨਾ ਚੱਲ ਪਿਆ ਔਰ ਲੋਕਾਂ ਨੇ ਘਰਾਂ ਦੇ ਅੰਦਰ ਹੀ ਰਹਿਣਾ ਸੀਗਾ। ਮੈਂ ਤਾਂ ਵੈਸੇ ਵੀ ਜਿੰਨਾ ਫਾਸਟ ਫੂਡ ਹੈ ਸਭ ਕੁਛ ਅਵੋਇਡ ਕੀਤਾ, ਕੋਲਡ ਡਰਿੰਕਸ ਨਹੀਂ ਪੀਤੀਆਂ। ਇੱਕ ਪੂਰੀ ਪ੍ਰੈਗਨੈਂਸੀ ਦੇ ਵਿੱਚ ਸਿਰਫ ਇੱਕ ਪੀਜ਼ਾ ਖਾਇਆ ਸੀ, ਜਿਹਦੀਆਂ ਕਿ ਕ੍ਰੇਵਿੰਗਸ ਮੈਂ ਬਿਲਕੁਲ ਨਹੀਂ ਰੋਕ ਪਾਈ। ਮੈਗੀ ਫੇਵਰੇਟ ਸੀ ਮੇਰੀ, ਮੈਗੀ ਉਹਨਾਂ ਨੇ ਸਟਾਰਟਿੰਗ 'ਚ ਹੀ ਬੰਦ ਕਰਵਾਤੀ। ਔਰ ਮੈਂ ਜਦੋਂ ਮੇਰੇ ਪੂਰੇ 3 ਮੰਥਸ ਕੰਪਲੀਟ ਹੋ ਗਏ ਨਾ ਉਸ ਪ੍ਰੈਗਨੈਂਸੀ ਦੇ, ਤਾਂ ਮੈਂ ਕੋਈ ਹੋਰ ਡਾਕਟਰ ਤੋਂ ਆਪਣਾ ਟ੍ਰੀਟਮੈਂਟ ਸਟਾਰਟ ਕਰਵਾਇਆ ਕਿ ਮੈਨੂੰ 3 ਮੰਥਸ ਹੋ ਗਏ ਆ। ਮੈਂ ਡਰ ਦੇ ਮਾਰੇ ਹੀ ਨਹੀਂ ਡਾਕਟਰ ਕੋਲ ਗਈ, ਕਿਉਂਕਿ ਪਹਿਲਾਂ ਹੀ ਮੇਰਾ ਐਕਸਪੀਰੀਅੰਸ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਸੀਗਾ ਕਿ ਉਹਨਾਂ ਨੇ ਮਤਲਬ ਕਿ ਮੈਨੂੰ ਇੰਨੀਆਂ ਜ਼ਿਆਦਾ ਮੈਡੀਸਿਨਸ ਵਗੈਰਾ ਦੇਤੀਆਂ। ਔਰ ਉਸ ਤੋਂ ਬਾਅਦ ਦਾ ਮੈਨੂੰ ਲੱਗਿਆ ਕਿ ਹੁਣ ਮੈਂ ਡਾਕਟਰ ਦੇ ਕੋਲ ਨਹੀਂ ਜਾਊਂਗੀ। ਜਦੋਂ ਮਤਲਬ ਕਿ 3 ਮੰਥਸ ਹੋਏ ਫਿਰ ਮੈਂ ਉਹਨਾਂ ਡਾਕਟਰ ਕੋਲ ਗਈ। ਮੈਂ ਉਹਨਾਂ ਨੂੰ ਝੂਠ ਬੋਲਿਆ ਕਿ ਮੈਂ ਆਪਣੇ ਮਾਇਕੇ ਗਈ ਹੋਈ ਸੀਗੀ ਤਾਂ ਮੈਂ ਟ੍ਰੀਟਮੈਂਟ ਕਰਵਾਉਣ ਨਹੀਂ ਆਈ। ਉਹਨਾਂ ਨੇ ਮੇਰਾ ਟ੍ਰੀਟਮੈਂਟ ਚਲਾਇਆ।
ਸਭ ਕੁਛ ਬਹੁਤ ਸਮੂਥਲੀ ਗਿਆ ਮੇਰੀ ਪ੍ਰੈਗਨੈਂਸੀ ਦੇ ਵਿੱਚ। ਸਟਾਰਟਿੰਗ ਦੇ ਫਸਟ ਟਰਾਈਮੈਸਟਰ 'ਚ ਮੈਂ ਬਸ ਸੋਈ ਰਹਿੰਦੀ, ਨੀਂਦ ਬਹੁਤ ਜ਼ਿਆਦਾ ਆਉਂਦੀ ਸੀਗੀ। ਔਰ ਉਸ ਤੋਂ ਬਾਅਦ ਵਾਲੇ 4th 5th ਮੰਥ 'ਚ ਮਤਲਬ ਇੰਨੀ ਜ਼ਿਆਦਾ ਮੈਨੂੰ ਪ੍ਰੋਬਲਮ ਨਹੀਂ ਰਹੀ, ਖਾਣਾ ਖਾਣ ਨੂੰ ਦਿਲ ਨਹੀਂ ਕਰਦਾ ਸੀਗਾ ਬਿਲਕੁਲ ਵੀ। ਔਰ 7th 6th ਮੰਥ ਤੋਂ ਮੈਨੂੰ ਇਚਿੰਗ ਸਟਾਰਟ ਹੋਈ। ਜੋ ਇਚਿੰਗ ਸਟਾਰਟ ਹੋਈ 6 7 8 ਔਰ 9, ਮਤਲਬ ਮੇਰੇ ਬੁਰੇ ਹਾਲ ਹੋ ਗਏ ਇਚਿੰਗ ਨਾਲ ਪੂਰੀ ਬੋਡੀ 'ਤੇ। ਮਤਲਬ ਮੈਂ ਕੋਈ ਉਹ ਵਾਲੀ ਚੀਜ਼ ਨਹੀਂ ਛੱਡੀ ਕਿ ਨੁਕੀਲੀ ਚੀਜ਼ ਹੋਵੇ ਔਰ ਮੈਂ ਆਪਣੀ ਬੋਡੀ 'ਤੇ ਖੁਰਚ ਦੇਵਾਂ, ਮਾਰ ਦੇਵਾਂ ਜਾਂ ਮੈਂ ਛਿੱਲ ਦੇਵਾਂ ਉਸ ਚੀਜ਼ ਨੂੰ। ਤਬ ਤੱਕ ਮਤਲਬ ਕਿ ਮੈਂ ਉਹਨੂੰ ਇਚਿੰਗ ਕੀਤੀ ਹੈ। ਮੈਂ ਸਾਰਿਆਂ ਨੂੰ ਸੁਜੈਸਟ ਕਰੂੰਗੀ ਕਿ ਤੁਸੀਂ ਨਹੀਂ ਕਰਨੀ ਬਿਲਕੁਲ ਵੀ, ਬਿਕੋਜ਼ ਉਹਦੇ ਨਾਲ ਇੱਕ ਤਾਂ ਤੁਹਾਨੂੰ ਮਾਰਕਸ ਆ ਜਾਂਦੇ ਆ ਬੋਡੀ 'ਤੇ। ਮੈਂ ਜ਼ਿਆਦਾ ਬਲੈਸ ਸੀਗੀ, ਮੇਰੇ ਕੋਈ ਮਾਰਕਸ ਨਹੀਂ ਹੈ, ਮਤਲਬ ਕਿ ਕੋਈ ਵੀ ਕਿਸੇ ਚੀਜ਼ ਦਾ ਮਾਰਕ ਨਹੀਂ ਹੈ। ਔਰ ਮੈਂ ਇਚਿੰਗ ਤੋਂ ਬਿਲਕੁਲ ਵੀ ਨਹੀਂ ਹਟੀ ਸੀਗੀ, ਮੈਂ ਕੀਤੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਹੁੰਦੀ ਸੀ। ਮਤਲਬ ਮੇਰੇ ਤੋਂ ਬੈਠਿਆ ਹੀ ਨਹੀਂ ਜਾਂਦਾ ਸੀਗਾ, ਖੜਾ ਨਹੀਂ ਹੋਇਆ ਜਾਂਦਾ ਸੀ, ਕਿਸੇ ਵੀ ਟਾਈਮ ਸ਼ੁਰੂ ਹੋ ਜਾਂਦੀ, ਬਿਲਕੁਲ ਕੰਟਰੋਲ ਨਾ ਹੋਣ ਵਾਲੀ, ਕਿ ਬਸ ਹੋ ਰਹੀ ਹੈ, ਬਹੁਤ ਜ਼ਿਆਦਾ ਹੋ ਰਹੀ ਹੈ। ਇੱਕ ਇਚਿੰਗ ਨੇ ਮੈਨੂੰ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ 6 7 8 9th ਮੰਥ 'ਚ। ਫਿਰ ਮੈਨੂੰ ਲੱਗਿਆ ਪਤਾ ਨਹੀਂ ਕਦੋਂ ਰੁਕੂਗੀ। ਡਾਕਟਰ ਨੇ ਮੈਨੂੰ ਕਹਿਤਾ ਕਿ ਇੱਕ ਤੁਸੀਂ ਇਹ ਮੰਨ ਕੇ ਚੱਲੋ, ਪਹਿਲੇ ਟਰਾਈਮੈਸਟਰ 'ਚ ਅਲੱਗ ਸਿੰਪਟਮਸ ਹੁੰਦੇ ਆ, ਸੈਕਿੰਡ ਟਰਾਈਮੈਸਟਰ 'ਚ ਅਲੱਗ ਹੁੰਦੇ ਆ, ਔਰ ਜਿਹੜਾ ਫਾਈਨਲ ਟਰਾਈਮੈਸਟਰ ਹੁੰਦਾ ਉਹਦੇ ਵਿੱਚ ਅਲੱਗ ਹੁੰਦੇ ਆ। ਸਿਰਫ 3 ਅਲਟਰਾਸਾਊਂਡਸ ਹੁੰਦੇ ਆ, ਪਹਿਲੇ ਟਰਾਈਮੈਸਟਰ ਦੇ, ਸੈਕਿੰਡ ਟਰਾਈਮੈਸਟਰ ਦੇ ਐਂਡ ਫਾਈਨਲ ਟਰਾਈਮੈਸਟਰ ਦੇ। ਤੋ ਇਸ ਤੋਂ ਜ਼ਿਆਦਾ ਕੋਈ ਨਹੀਂ ਹੁੰਦੇ ਕਿ ਅਸੀਂ ਬੱਚੇ ਦਾ ਇਹ ਚੈੱਕ ਕਰਨਾ ਹੈ ਜਾਂ ਉਹ ਚੈੱਕ ਕਰਨਾ ਐਂਡ ਆਲ ਦੈਟ। ਮੈਂ ਪੂਰੀ ਪ੍ਰੈਗਨੈਂਸੀ ਪਰਮਾਤਮਾ 'ਤੇ ਬਿਲੀਵ ਕੀਤਾ। ਮੈਂ ਇੱਕ ਪਲ ਵੀ ਨਹੀਂ ਛੱਡਿਆ ਕਿ ਮੈਨੂੰ ਲੱਗੇ ਭਾਗਵਤ ਕਥਾ ਸੁਣੀ ਮੈਂ ਟੀਵੀ ਦੇ ਵਿੱਚ, ਚੱਲਦਾ ਰਹਿੰਦਾ ਸੀਗਾ, ਮੇਰੀ ਮਦਰ ਇਨ ਲਾਅ ਸੁਣਦੇ ਹੈ, ਤੋ ਮੈਂ ਸੁਣੀਆਂ ਭਾਗਵਤ ਕਥਾ। ਔਰ ਜਿੰਨਾ ਹੋ ਸਕੇ ਮੈਂ ਆਪਣੀ ਤਰਫੋਂ ਬਹੁਤ ਜ਼ਿਆਦਾ ਕੇਅਰਫੁਲ ਰਹੀ ਹਾਂ ਆਪਣੀ ਪ੍ਰੈਗਨੈਂਸੀ ਦੇ ਵਿੱਚ। ਸਕੂਟੀ ਅਵੋਇਡ ਕਰਤੀ ਬਿਕੋਜ਼ ਪਹਿਲੇ ਮਿਸਕੈਰੇਜਿਸ ਤੋਂ ਬਾਅਦ ਮੈਨੂੰ ਕਨਸੀਵ ਹੋਇਆ ਸੀਗਾ, ਤੋ ਇਸ ਲਈ ਮੈਂ ਥੋੜ੍ਹੀ ਕੇਅਰਫੁਲ ਹੋ ਕੇ ਰਹੀ। ਔਰ ਵੈਸੇ ਵੀ ਮੈਂ ਬਹੁਤ ਰਿਸਪੋਂਸੀਬਲ ਕੁੜੀ ਹਾਂ। ਤੋ ਫਿਰ ਉਸ ਤੋਂ ਬਾਅਦ ਮਤਲਬ ਕਿ ਮੈਨੂੰ ਮੈਂ ਸਭ ਕੁਝ ਪਰਮਾਤਮਾ 'ਤੇ ਛੱਡਿਆ। ਉਸ ਤੋਂ ਬਾਅਦ ਸਭ ਕੁਛ ਠੀਕ ਗਿਆ। ਮੈਨੂੰ ਇਚਿੰਗ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਔਰ ਵਿੱਚ ਭੁੱਖ ਨਹੀਂ ਲੱਗਦੀ ਸੀਗੀ। ਪਰ ਫਿਰ ਉਸ ਤੋਂ ਬਾਅਦ ਮਤਲਬ ਡਿਲੀਵਰੀ ਟਾਈਮ ਆਇਆ, ਪੂਰਾ ਟਾਈਮ ਨਿਕਲ ਗਿਆ ਕਿ ਮਤਲਬ ਕਿ 9 ਮੰਥਸ ਹੋ ਗਏ। 30 ਅਗਸਤ ਨੂੰ ਮੈਂ ਚੈੱਕ ਕੀਤਾ ਸੀ ਦੈਟ ਆਈ ਐਮ ਪ੍ਰੈਗਨੈਂਟ ਐਂਡ 30 ਅਪ੍ਰੈਲ ਹੋ ਗਏ। ਆਈ ਵਾਸ ਲਾਈਕ ਕਿ ਕੁਛ ਹੋ ਹੀ ਨਹੀਂ ਰਿਹਾ, ਮਤਲਬ ਕਿ ਬਹੁਤ ਟੈਨਸ਼ਨਸ ਹੋ ਜਾਂਦੀ। ਇੱਕ 9 ਮੰਥ ਹੁੰਦਾ ਜਿਹਦੇ ਵਿੱਚ ਕੁੜੀ ਸੋ ਨਹੀਂ ਸਕਦੀ, ਉਹਨੂੰ ਨੀਂਦ ਨਹੀਂ ਆਉਂਦੀ। ਅਗਰ ਉਹ ਪ੍ਰੈਗਨੈਂਟ ਹੈਗੀ ਹੈ ਤਾਂ ਤੁਸੀਂ ਬਿਲਕੁਲ ਸਿੱਧੇ ਸੋਣਾ ਹੈ। ਇੱਕ ਮਾਂ ਬਣਨਾ ਬਹੁਤ ਅੱਛਾ ਔਰ ਬਹੁਤ ਹੀ ਬਿਊਟੀਫੁਲ ਅਹਿਸਾਸ ਹੈ, ਤੁਸੀਂ ਉਹਨੂੰ ਕਰੋਗੇ। ਛੋਟੇ-ਮੋਟੇ ਦਰਦਾਂ ਵਾਸਤੇ ਤੁਸੀਂ ਆਪਣੇ ਘਰਦਿਆਂ ਨੂੰ ਪਰੇਸ਼ਾਨ ਨਹੀਂ ਕਰ ਸਕਦੇ ਕਿ ਮੈਨੂੰ ਇੱਥੇ ਦਰਦ ਹੋ ਰਿਹਾ, ਉੱਥੇ ਦਰਦ ਹੋ ਰਿਹਾ। ਯੂ ਹੈਵ ਟੂ ਬੀ ਪੇਸ਼ੈਂਟ। ਅਗਰ ਤੁਸੀਂ ਇੱਕ ਮਦਰ ਬਣਨਾ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਮਾਈਂਡ ਵਿੱਚ ਰੱਖ ਕੇ ਚੱਲਣਾ ਕਿ ਅਗਰ ਬੱਚਾ ਹੈ ਅੰਦਰ ਤਾਂ ਉਹ ਤੁਹਾਡੇ ਪੇਟ 'ਚ ਸਪੇਸ ਲਏਗਾ, ਤੁਹਾਨੂੰ ਥੋੜ੍ਹੀ ਜਿਹੀ ਦਰਦ ਹੋਏਗੀ, ਇਟਸ ਓਕੇ, ਠੀਕ ਹੈ। ਔਰ ਮਤਲਬ ਕਿ ਤੁਹਾਨੂੰ ਮਤਲਬ ਕਿ ਥੋੜ੍ਹੀ ਚੀਜ਼ਾਂ ਤੁਹਾਡੇ ਅੰਦਰ ਹਲਚਲ ਵੀ ਕਰੇਗਾ, ਉਹ ਮੂਵਮੈਂਟ ਵੀ ਕਰੇਗਾ। ਤੁਸੀਂ ਹਰ ਛੋਟੀ ਚੀਜ਼ ਲਈ ਆਪਣੇ ਘਰਦਿਆਂ ਨੂੰ ਪਰੇਸ਼ਾਨ ਨਹੀਂ ਕਰ ਸਕਦੇ, ਠੀਕ ਹੈ। ਔਰ ਤੁਸੀਂ ਇਹ ਚੀਜ਼ ਮੰਨ ਕੇ ਚੱਲੋ ਕਿ ਮਾਂ ਬਣਨਾ ਕੋਈ ਸੌਖਾ ਨਹੀਂ ਹੈ। ਇਟਸ ਅ ਵੈਰੀ ਬਿਗ ਥਿੰਗ ਫॉर ਅ ਗਰਲ। ਜਿਵੇਂ ਕਿ ਮੈਂ ਮਦਰ ਬਣਨ ਵਾਲੀ ਸੀਗੀ, ਤਾਂ ਮੈਂ ਸਭ ਕੁਝ ਪਹਿਲਾਂ ਹੀ ਮੇਰੇ ਮਾਈਂਡ 'ਚ ਕਲੀਅਰ ਸੀਗਾ। ਆਈ ਹੈਵ ਟੂ ਬੀ ਮੈਂਟਲੀ ਸਟਰੋਂਗ, ਆਈ ਹੈਵ ਟੂ ਬੀ ਪੇਸ਼ੈਂਟ। ਸਮ ਟਾਈਮ ਕਿ ਮਤਲਬ ਮੇਰਾ ਸਬਰ ਟੁੱਟ ਜਾਏਗਾ, ਬਟ ਇਟਸ ਓਕੇ। ਇਮੋਸ਼ਨਸ ਮੂਡ ਸਵਿੰਗਸ ਇੰਨੇ ਜ਼ਿਆਦਾ ਹੋਣੇ, ਮੈਂ ਬੈਠੀ ਰੋਣ ਲੱਗ ਜਾਣਾ, ਇੰਨੀ ਜ਼ਿਆਦਾ ਸੈਡ ਹੋ ਜਾਣਾ ਕਿ ਪਤਾ ਨਹੀਂ ਜਿੱਦਾਂ ਸਾਰੀ ਦੁਨੀਆ ਹੀ ਖਤਮ ਹੋ ਚੱਲੀ ਹੈ। ਇਟਸ ਨੈਚੁਰਲ। ਇਹਨੂੰ ਤੁਸੀਂ ਹਊਆ ਨਹੀਂ ਬਣਾਉਣਾ ਕਿ ਮੇਰੇ ਨਾਲ ਕੀ ਹੋ ਰਿਹਾ, ਆਈ ਕਾਂਟ ਹੈਂਡਲ ਦਿਸ ਐਂਡ ਆਲ ਦੈਟ ਥਿੰਗਸ। ਜਿੰਨਾ ਤੁਸੀਂ ਪੇਸ਼ੈਂਟ ਰਹੋਗੇ, ਜਿੰਨੇ ਪੇਸ਼ੈਂਸ ਤੁਸੀਂ ਰੱਖੋਗੇ, ਉਨੀ ਹੀ ਜ਼ਿਆਦਾ ਤੁਹਾਡਾ ਬੱਚਾ ਉਨਾ ਹੀ ਵਧੀਆ ਤਰੀਕੇ ਨਾਲ ਹੋਏਗਾ। ਜੋ ਹਰਕਤਾਂ ਤੁਸੀਂ ਕਰੋਗੇ ਕਿਤੇ ਨਾ ਕਿਤੇ ਉਹ ਤੁਹਾਡੇ ਬੱਚੇ 'ਚ ਵੀ ਆਉਣਗੀਆਂ। ਤਾਂ ਬੈਟਰ ਹੈ ਕਿ ਤੁਸੀਂ ਪੋਜ਼ੀਟਿਵ ਰਹੋ, ਪੋਜ਼ੀਟਿਵ ਇਨਵਾਇਰਮੈਂਟ 'ਚ ਰਹੋ, ਅੱਛੀਆਂ ਚੀਜ਼ਾਂ ਕਰੋ। ਸਮ ਟਾਈਮ ਮੈਂ ਮਤਲਬ ਕਿ ਆਪਣੇ ਬੱਚੇ ਨਾਲ ਗੱਲਾਂ ਕਰਦੀ ਸੀਗੀ, ਮਤਲਬ ਮੈਨੂੰ ਲਾਸਟ ਤੱਕ ਲੱਗਦਾ ਸੀ ਦੈਟ ਆਈ ਹੈਡ ਅ ਗਰਲ ਇਨ ਮਾਈ ਸਟਮਕ, ਬਟ ਉਹ ਮਤਲਬ ਕਿ ਬॉय ਸੀਗਾ। ਔਰ
ਮਤਲਬ ਕਿ ਮੈਂ ਗਾਇਤਰੀ ਮੰਤਰ ਉਹਦੇ ਵਾਸਤੇ ਗਾਉਂਦੀ ਸੀਗੀ, ਭਾਗਵਤ ਗੀਤਾ ਭਾਗਵਤ ਕਥਾ ਸੁਣਦੀ ਸੀ ਉਹਦੇ ਵਾਸਤੇ। ਮੈਨੂੰ ਅੱਛੀ ਵੀ ਲੱਗਦੀ ਸੀਗੀ। ਇੰਟਰਸਟ ਹੋਣਾ ਬਹੁਤ ਜ਼ਰੂਰੀ ਹੈ, ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਬਹੁਤ ਅੱਛਾ ਹੋਏ, ਪਰਮਾਤਮਾ ਤੋਂ ਅੱਛੀ ਮੈਡੀਸਨ ਕੋਈ ਨਹੀਂ ਹੈ। ਆਪਣੇ ਆਪ ਨੂੰ ਜਿੰਨਾ ਹੋ ਸਕੇ ਉਹਦੇ 'ਤੇ ਸੌਂਪ ਦਿਓ, ਉਹ ਤੁਹਾਨੂੰ ਕਦੀ ਇਕੱਲਾ ਨਹੀਂ ਛੱਡੇਗਾ। ਇਹ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਹੈ। ਜੇ ਤੁਸੀਂ ਕਹੋ ਕਿ ਲੈ ਹੁਣ ਤਾਂ ਮੈਨੂੰ ਮਤਲਬ ਕਿ ਇੰਨੀ ਜ਼ਿਆਦਾ ਦਰਦ ਹੋ ਗਈ ਹੈ, ਪਰਮਾਤਮਾ ਤਾਂ ਇਹ ਹੈ, ਪਰਮਾਤਮਾ ਉਹ ਹੈ, ਉਹ ਚੀਜ਼ ਨਹੀਂ ਕਰਨੀ। ਉਹ ਹਰ ਤਰੀਕੇ ਵਿੱਚ ਤੁਹਾਡਾ ਟੈਸਟ ਲੈਂਦੇ। ਉਹ ਟੈਸਟ ਕਿਉਂ ਲੈਂਦੇ? ਉਹਨੂੰ ਪਤਾ ਕਿ ਤੁਸੀਂ ਕਰ ਜਾਓਗੇ, ਤੁਸੀਂ ਅੱਛੇ ਹੋ ਔਰ ਤੁਸੀਂ ਉਹਨੂੰ ਕਲੀਅਰ ਕਰ ਜਾਓਗੇ, ਤਾਂ ਹੀ ਉਹ ਤੁਹਾਡਾ ਟੈਸਟ ਲੈਂਦੇ ਹੈ। ਮੈਂ ਉਹਦੇ ਰੰਗਾਂ 'ਤੇ ਕਦੀ ਸ਼ੱਕ ਨਹੀਂ ਕੀਤਾ। ਜਦੋਂ ਮਤਲਬ ਕਿ ਮੈਨੂੰ ਕਨਸੀਵ ਹੋਇਆ ਨਾ, ਮਤਲਬ ਮੈਨੂੰ ਸਭ ਕੁਝ ਸਮਝ ਆ ਗਿਆ ਕਿ ਉਹਨਾਂ ਨੇ ਮੈਨੂੰ 2 ਸਾਲ ਕਿਉਂ ਨਹੀਂ ਦਿੱਤਾ। ਪਹਿਲੇ ਤਾਂ ਮੇਰੇ ਸਸੁਰ ਇੰਨੇ ਜ਼ਿਆਦਾ ਬਿਮਾਰ ਸੀਗੇ, ਉਹਨਾਂ ਨੂੰ ਕੈਂਸਰ ਸੀਗਾ। ਮਤਲਬ ਜਦੋਂ ਮੈਨੂੰ ਕਨਸੀਵ ਹੋਇਆ ਉਹਨਾਂ ਨੇ ਮੈਨੂੰ ਦੇ ਤਾ। ਡਿਲੀਵਰੀ ਮੈਂ ਦੱਸੂੰਗੀ ਕਿ ਕਿੰਨੀ ਕਿੱਦਾਂ ਰਹੀ ਮੇਰੀ। ਤੋ ਮੀਨਵਾਈਲ ਮੈਂ ਦੱਸਦੀ ਹਾਂ ਕਿ ਉਹਨਾਂ ਨੇ ਮੈਨੂੰ 2 ਸਾਲ ਕਿਉਂ ਨਹੀਂ ਦਿੱਤਾ। ਮਤਲਬ ਕਿ 2 ਸਾਲ ਦੇ ਵਿੱਚ ਮੇਰੇ ਸਸੁਰ ਨੂੰ ਕੈਂਸਰ ਸੀਗਾ, ਜਿਨ੍ਹਾਂ ਕਰਕੇ ਮੇਰੇ ਹਸਬੈਂਡ ਐਂਡ ਮਾਈ ਮਦਰ ਇਨ ਲੋ ਵਾਸ ਸੁਪਰ ਬਿਜ਼ੀ। ਦਿੱਲੀ ਉਹਨਾਂ ਦਾ ਟਰੀਟਮੈਂਟ ਚੱਲਦਾ ਪਿਆ ਸੀਗਾ ਔਰ ਉਹਨਾਂ ਨੂੰ ਲੀਵਰ ਦਾ ਕੈਂਸਰ ਸੀਗਾ। ਔਰ ਮੈਂ ਸੋਚਦੀ ਹਾਂ ਜੇ ਮੈਨੂੰ ਉਸ ਟਾਈਮ ਕਨਸੀਵ ਹੋ ਜਾਂਦਾ ਤਾਂ ਫਿਰ ਮੇਰੀ ਬਿਲਕੁਲ ਕੇਅਰ ਨਹੀਂ ਹੋਣੀ ਸੀਗੀ। ਮੇਰੇ ਸਸੁਰ 'ਚ ਹੀ ਉਹ ਲੱਗੇ ਰਹਿੰਦੇ, ਇੱਧਰੋਂ ਦੀ ਬੱਚਾ ਹੋ ਜਾਂਦਾ। ਤਾਂ ਮੈਂ ਇੰਨੇ ਸ਼ੁਕਰਾਨੇ ਕਰਦੀ ਹਾਂ ਹੁਣ ਪਰਮਾਤਮਾ ਨੂੰ ਕਿ ਪਰਮਾਤਮਾ ਆਈ ਐਮ ਸੋਰੀ। ਮੈਂ ਸ਼ੱਕ ਕੀਤਾ ਤੇਰੀ ਰਜ਼ਾ 'ਤੇ ਸ਼ੱਕ ਕੀਤਾ ਕਿ ਤੂੰ ਮਤਲਬ ਮੈਨੂੰ ਨਹੀਂ ਦਿੱਤਾ ਉਸ ਟਾਈਮ। ਤਾਂ ਮੈਨੂੰ ਲੱਗਿਆ ਕਿ ਤੁਸੀਂ ਮੈਨੂੰ ਦੇਣਾ ਨਹੀਂ ਚਾਹੁੰਦੇ। ਵਾਈ ਮੀ, ਤੁਸੀਂ ਮੈਨੂੰ ਹੀ ਕਿਉਂ ਚੁਣਿਆ ਕਿ ਤੁਸੀਂ ਮੈਨੂੰ ਉਸ ਚੀਜ਼ ਤੋਂ ਵਾਂਝਾ ਰੱਖਿਆ, ਤੁਸੀਂ ਮੈਨੂੰ ਨਹੀਂ ਦੇਣਾ ਹੈਗਾ। ਮੈਂ ਰੋਣਾ, ਮੈਂ ਸ਼ਿਕਾਇਤਾਂ ਕਰਨੀਆਂ ਉਹਨਾਂ ਤੋਂ। ਪਰ ਮੈਨੂੰ ਸਾਰੀਆਂ ਚੀਜ਼ਾਂ ਸਮਝ ਆ ਗਈਆਂ ਕਿ ਪਰਮਾਤਮਾ ਨੇ ਮੇਰੇ ਲਈ ਬਹੁਤ ਜ਼ਿਆਦਾ ਅੱਛਾ ਸੋਚਿਆ ਹੋਇਆ ਸੀ, ਇਸ ਲਈ ਉਹਨੇ ਮੈਨੂੰ ਉਸ ਟਾਈਮ ਨਹੀਂ ਦਿੱਤਾ। ਤੋ ਫਿਰ ਉਸ ਤੋਂ ਬਾਅਦ ਜਦੋਂ ਮਤਲਬ ਕਾਨਾ ਮੇਰੀ ਡਿਲੀਵਰੀ ਹੋਣੀ ਸੀਗੀ, ਸਾਰਿਆਂ ਨੇ ਮੈਨੂੰ ਡਰਾਇਆ ਕਿ ਨਾ ਇੱਦਾਂ ਹੁੰਦਾ, ਉੱਦਾਂ ਹੁੰਦਾ। ਮੈਂ ਕਿਸੇ ਦੀ ਨਹੀਂ ਸੁਣੀ। ਸਿੱਧੀ ਜਿਹੀ ਗੱਲ ਹੈ, ਤੁਸੀਂ ਬਿਲਕੁਲ ਵੀ ਵੀਡੀਓਜ਼ ਨਹੀਂ ਦੇਖਣੀਆਂ, ਬਿਲਕੁਲ ਨਹੀਂ ਸੋਚਣਾ ਉਹਨਾਂ ਬਾਰੇ ਕਿ ਇੱਦਾਂ ਹੋਇਆ, ਉੱਦਾਂ ਹੋਇਆ। ਮੈਂ ਕੋਈ ਵੀਡੀਓ ਨਹੀਂ ਦੇਖੀ ਸੀਗੀ, ਮੈਂ ਪਰਮਾਤਮਾ 'ਤੇ ਛੱਡਤਾ। ਸਾਰਿਆਂ ਨੇ ਮੈਨੂੰ ਇੰਨਾ ਪਤਾ ਸੀ ਜਦੋਂ ਯੂ ਆਰ ਗੋਇੰਗ ਟੂ ਗਿਵ ਅ ਬਰਥ ਟੂ ਅ ਚਾਈਲਡ ਨਾ, ਪਰਮਾਤਮਾ ਇੱਕ ਮਾਂ ਦੇ ਵਿੱਚ ਸ਼ਕਤੀ ਦੇ ਦਿੰਦਾ ਔਰ ਉਹ ਆਪਣੇ ਆਪ ਕਰ ਸਕਦੀ ਹੈ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਮੈਂ ਆਪਣੇ ਆਪ ਨੂੰ ਮੋਟੀਵੇਟ ਕਰਦੀ ਰਹਿੰਦੀ ਕਿ ਲੈ ਮੇਰੀ ਮੰਮੀ ਨੇ ਕੀਤੇ ਸੀਗੇ, ਮੇਰੀ ਸਾਸੂ ਮਾਂ ਨੇ ਕੀਤੇ ਹੈ, ਕੋਈ ਗੱਲ ਨਹੀਂ ਮੈਂ ਵੀ ਕਰ ਲੂੰਗੀ, ਮੈਂ ਵੀ ਤਾਂ ਉਹਨਾਂ ਵਰਗੀ ਕੁੜੀ ਹਾਂ, ਕੋਈ ਗੱਲ ਨਹੀਂ ਮੇਰੇ ਤੋਂ ਵੀ ਹੋ ਜਾਊਗਾ। ਮਤਲਬ ਆਈ ਟਰਾਈ ਟੂ ਕੀਪ ਮੋਟੀਵੇਟਿੰਗ ਮਾਈ ਸੈਲਫ ਆਲ ਥਰੂ ਮਾਈ ਜਰਨੀ, ਪ੍ਰੈਗਨੈਂਸੀ ਜਰਨੀ। ਮਤਲਬ ਮੈਂ ਬਿਲਕੁਲ ਲੂਜ਼ ਹੋਪ ਨਹੀਂ ਛੱਡੀ ਕਿ ਬਈ ਮੈਨੂੰ ਹੁਣ ਹੋਏਗਾ ਨਹੀਂ, ਕੁਛ ਹੈ। ਜਦੋਂ ਮਤਲਬ ਕਿ 30 ਅਪ੍ਰੈਲ 9 ਮਹੀਨਿਆਂ ਦਾ ਲਾਸਟ ਦਿਨ ਸੀਗਾ, ਮੈਨੂੰ ਲੇਬਰ ਪੇਨ ਸਟਾਰਟ ਹੋਈ ਸਵੇਰੇ 8 ਵਜੇ। माई हस्बैंड सेड कि ना ये लेबर पेन है ना, लेबर पेन है क्या? आई वाज लाइक मैं ਕਿਹੜਾ ਪਹਿਲੇ ਬੱਚੇ ਜੰਮੇ ਹੋਏ ਜਿਹੜਾ ਮੈਨੂੰ ਪਤਾ ਹੋਵੇ ਕਿ ਲੇਬਰ ਪੇਨ ਹੈ ਨਹੀਂ ਹੈ। ਪਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੀ ਕਹਿੰਦੇ, ਉਸ ਤੋਂ ਬਾਅਦ ਉਹਨਾਂ ਨੇ ਜਿਵੇਂ ਕਿ 8 ਵਜੇ ਮਤਲਬ ਕਿ ਲੇਬਰ ਪੇਨ ਮੈਨੂੰ ਸਟਾਰਟ ਹੋਈ ਮੋਰਨਿੰਗ ਤੋਂ। ਮੇਰੇ ਹਸਬੈਂਡ ਨੇ ਕਾਲ ਕਰਤਾ ਮੇਰੀ ਮਦਰ ਇਨ ਲਾਅ ਨੂੰ ਕਿ ਤੁਸੀਂ ਆ ਜਾਓ ਵੀ ਕਾਜਲ ਦੀ ਤਬੀਅਤ ਠੀਕ ਨਹੀਂ ਹੈਗੀ। ਮੇਰੀ ਮਦਰ ਇਨ ਲਾਅ ਉਸ ਟਾਈਮ ਜੌਬ ਕਰਦੇ ਸੀਗੇ, ਤੋ ਫਿਰ ਉਹ ਘਰ ਆ ਗਏ। ਮਤਲਬ ਮੈਨੂੰ ਨਾ ਨਰਸ ਨੇ ਪਹਿਲੇ ਹੀ ਬੋਲਤਾ ਸੀ ਕਿ ਕਾਜਲ ਤੂੰ ਦੇਸੀ ਘਿਓ ਨਾ ਖਾ ਕੇ ਆਈ, ਬਿਕੋਜ਼ ਅਗਰ ਤੂੰ ਵੋਮਿਟਸ ਕਰਦੀ ਆ ਤਾਂ ਮੈਂ ਸਾਫ਼ ਨਹੀਂ ਕਰੂੰਗੀ। ਨਰਸਿਸ ਕੁਛ ਵੀ ਕਹਿਣ, ਅਗਰ ਤੁਸੀਂ ਕੀ ਕਹਿੰਦੇ ਵੋਮਿਟਸ ਕਰ ਦਿੰਦੇ ਹੋ ਅਤੇ ਇਹ ਉਹਨਾਂ ਦਾ ਕੰਮ ਹੈ ਸਾਫ਼ ਕਰਨਾ, ਠੀਕ ਹੈ। ਔਰ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ ਅਗਰ ਤੁਸੀਂ ਕਰ ਦਿੰਦੇ ਹੋ ਤਾਂ। ਉਹਨੇ ਮੈਨੂੰ ਕਿਹਾ ਕਿ ਤੂੰ ਦੇਸੀ ਘਿਓ ਨਹੀਂ ਖਾ ਕੇ ਆਉਣਾ। ਮਤਲਬ 9 ਮੰਥ ਲੱਗਦੇ ਹੀ ਨਾ ਮੈਂ ਪੋਚੇ ਲਗਾਉਣੇ ਸਟਾਰਟ ਕਰਤੇ ਸੀਗੇ। ਹਾਲਾਂਕਿ ਮੇਰਾ ਜੋ ਬੱਚਾ ਸੀਗਾ ਉਹ ਨੀਚੇ ਸੀਗਾ ਔਰ ਉਲਟਾ ਸੀਗਾ, ਤਾਂ ਵੀ ਉਹਨੇ ਮਤਲਬ ਮੈਨੂੰ ਮਨਾ ਕੀਤਾ ਸੀਗਾ ਕਿ ਮਤਲਬ ਲੈਗਸ ਉੱਪਰ ਰੱਖਣੀਆਂ ਹੈ ਜਾਂ ਮਤਲਬ ਕਿ ਜ਼ਿਆਦਾ ਭਾਰੀ ਕੰਮ ਨਹੀਂ ਕਰਨੇ। ਬਟ ਮੇਰਾ 9 ਮੰਥ ਲੱਗਦੇ ਹੀ ਮੈਂ ਪੋਚੇ ਲਗਾਉਣੇ ਸਟਾਰਟ ਕਰਤੇ ਸੀਗੇ। ਇਹਦੇ ਵਿੱਚ ਮਤਲਬ ਇਹ ਕਿ ਇੱਦਾਂ ਨਹੀਂ ਹੈ ਕਿ ਮੈਂ ਡਾਕਟਰ ਦੀ ਗੱਲ ਨੂੰ ਅਨਸੁਣਾ ਕੀਤਾ, ਮੈਂ ਉਹਦੇ ਇੰਸਟਰਕਸ਼ਨ ਸਾਰੇ ਫੋਲੋ ਕੀਤੇ। ਔਰ ਪਲੱਸ ਇਹ ਵੀ ਸੀਗਾ ਕਿ ਸਮਟਾਈਮਸ ਉਹ ਇੱਦਾਂ ਇਸ ਲਈ ਵੀ ਬੋਲ ਦਿੰਦੇ ਕਿ ਕਿਤੇ ਜੋ ਮਤਲਬ ਕਿ ਮਾਂ ਬਣਨ ਵਾਲੇ ਹੈ ਗਰਲਸ, ਉਹ ਮਤਲਬ ਕਿ ਕਿਤੇ ਕੇਅਰਲੈਸ ਨਾ ਹੋ ਜਾਣ। ਤੋ ਸਾਡੀ ਹੀ ਮਤਲਬ ਸਾਨੂੰ ਐਕਸਟਰਾ ਰਿਸਪੋਂਸੀਬਲ ਕਹਿ ਦਿੰਦੇ ਕਿ ਤੁਸੀਂ ਮਤਲਬ ਨਾ ਜ਼ਿਆਦਾ ਔਖੇ ਕੰਮ ਨਾ ਕਰਿਓ। ਤੋ ਉਹ ਆਪਣੀ ਤਰਫੋਂ ਸੇਫ ਸਾਈਡ ਲੈ ਕੇ ਚੱਲਦੇ ਆ। ਬਟ ਅਗਰ ਤੁਸੀਂ ਇੱਕ ਰਿਸਪੋਂਸੀਬਲ ਕੁੜੀ ਹੈਗੇ ਹੋ
ਔਰ ਮਤਲਬ ਕਿ ਘਰ ਦੇ ਤੁਹਾਡੇ ਵੱਡੇ ਬਜ਼ੁਰਗ ਹੈਗੇ ਹੈ, ਤੁਸੀਂ ਉਹਨਾਂ ਦੇ ਇੰਸਟਰਕਸ਼ਨਸ ਨੂੰ ਫੋਲੋ ਕਰੋ। ਔਰ ਡਾਕਟਰ ਵੀ ਗਲਤ ਨਹੀਂ ਕਹਿੰਦੇ, ਉਹਨਾਂ ਦੇ ਵੀ ਤੁਸੀਂ ਇੰਸਟਰਕਸ਼ਨਸ ਫੋਲੋ ਕਰਨੇ ਆ। ਮੇਰੀ ਪ੍ਰੈਗਨੈਂਸੀ 'ਚ ਇਹ ਸਾਰੀਆਂ ਚੀਜ਼ਾਂ ਸੀਗੀਆਂ। ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦੀ ਪ੍ਰੈਗਨੈਂਸੀ 'ਚ ਇੱਦਾਂ ਹੋਏ, ਹਰ ਕਿਸੇ ਨੂੰ ਅਲੱਗ-ਅਲੱਗ ਸਿੰਪਟਮਸ ਹੁੰਦੇ ਆ। ਔਰ ਸਟਾਰਟਿੰਗ ਤੋਂ ਲੈ ਕੇ ਔਰ ਲਾਸਟ ਤੱਕ ਮੇਰਾ ਮਨ 'ਚ ਮਤਲਬ ਮਾਈਂਡਸੈਟ ਸੀਗਾ ਕਿ ਮੈਂ ਨੋਰਮਲ ਹੀ ਡਿਲੀਵਰੀ ਕਰਵਾਉਣੀ ਹੈ। ਔਰ ਇਸੀ ਲਈ ਮਤਲਬ ਕਿ ਮੈਂ ਡਾਕਟਰ ਕੰਸਲਟ ਕੀਤੇ ਜਿਹੜੇ ਉਹ ਆਪਰੇਸ਼ਨ ਨਹੀਂ ਕਰ ਸਕਦੇ। ਉਹ ਹਾਂ ਐਮਰਜੈਂਸੀ ਦੇ ਵਿੱਚ ਤੁਹਾਨੂੰ ਹੌਸਪੀਟਲ ਲੈ ਜਾਂਦੇ ਆ ਅਤੇ ਔਰ ਆਪਰੇਸ਼ਨ ਕਰਵਾ ਦਿੰਦੇ ਆ, ਬਟ ਉਹ ਲਾਸਟ ਤੱਕ ਕੋਸ਼ਿਸ਼ ਕਰਦੇ ਆ ਕਿ ਉਹ ਨੋਰਮਲ ਡਿਲੀਵਰੀ ਹੀ ਹੋਵੇ। तो उन्होंने मतलब कि मैनू क्या सीगा कि पोचे नहीं लगाने। 9 मंथ मैनू पूरे नींद नहीं आई, मैं पोचे लगाए 9th मंथ स्टार्ट होंदे ही। ਜਿਹੜੀ ਕਿ ਮੈਨੂੰ ਇਹ ਟੈਨਸ਼ਨ ਸੀਗੀ ਕਿ ਹੁਣ ਮੈਨੂੰ 9ਵਾਂ ਮਹੀਨਾ ਲੱਗ ਗਿਆ, ਮਤਲਬ ਕਿ ਮੇਰਾ ਬੱਚਾ ਹੋਇਆ ਨਹੀਂ ਮੈਨੂੰ ਲੇਬਰ ਪੇਨ ਨਹੀਂ ਲੱਗੇ। ਬਟ ਵੱਡੇ ਬਜ਼ੁਰਗ ਕਹਿੰਦੇ ਕਿ ਅਗਰ ਮਤਲਬ ਕਿ 9 ਮਹੀਨੇ ਪੂਰਾ ਬੱਚਾ ਪਲ ਕੇ ਅੰਦਰ ਉਹਦੀ ਬਾਹਰ ਆਉਂਦਾ ਤਾਂ ਉਹ ਬਾਹਰ ਆ ਕੇ ਉਹਦੀ ਇੰਨੀ ਕੇਅਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਹਾਂ, ਸਾਨੂੰ ਕੇਅਰ ਕਰਨੀ ਹੈ ਆਪਣੇ ਬੱਚੇ ਦੀ, ਲੇਕਿਨ ਇੰਨੀ ਜ਼ਿਆਦਾ ਕੇਅਰ ਦੀ ਜ਼ਰੂਰਤ ਨਹੀਂ ਪੈਂਦੀ। ਬੱਚਾ ਅੱਛੀ ਤਰ੍ਹਾਂ ਅੰਦਰ ਉਹਦੀ ਪਲ ਕੇ ਆਉਂਦਾ, ਹੈਲਦੀ ਹੁੰਦਾ, ਤੋ ਨੋ ਨੀਡ ਟੂ ਵਾਰੀਸ ਅਗਰ ਨਹੀਂ ਹੋਇਆ ਤਾਂ। ਤੋ ਇਹ ਮੈਨੂੰ ਪੂਰੇ 9 ਮੰਥ ਦੇ ਜਿਹੜਾ ਲਾਸਟ ਡੇ ਸੀਗਾ 30 ਅਪ੍ਰੈਲ ਉਸ ਦਿਨ ਹੋਇਆ ਸੀਗਾ। ਔਰ ਸਵੇਰੇ ਜਿੱਦਾਂ ਕਿ ਲੇਬਰ ਪੇਨ ਲੱਗੀ, ਮੇਰੀ ਮਦਰ ਇਨ ਲੋ ਘਰ ਆ ਗਈ। ਉਹਨਾਂ ਨੇ ਮੈਨੂੰ ਦੇਸੀ ਘਿਓ ਦਾ ਹਲਵਾ ਖਵਾਤਾ ਕਿ ਮਤਲਬ ਕਿ ਇਟ ਵਿਲ ਹੈਲਪਫੁਲ ਇਨ ਯੋਰ ਡਿਲੀਵਰੀ, ਜੋ ਕਿ ਠੀਕ ਹੈ। ਵੱਡੇ ਜੋ ਹੈਗੇ ਹੈ ਉਹ ਸਾਡੇ ਨਾਲ ਜ਼ਿਆਦਾ ਐਕਸਪੀਰੀਅੰਸਡ ਹੈਗੇ ਹੈ, ਸਾਨੂੰ ਉਹਨਾਂ ਦੀ ਵੀ ਸੁਣਨੀ ਚਾਹੀਦੀ ਹੈ। ਤੁਸੀਂ ਆਪਣੀ ਤਰਫੋਂ ਵੀ ਕੇਅਰਫੁਲ ਰਹੋ ਔਰ ਉਹਨਾਂ ਦੀ ਵੀ ਸੁਣੋ। ਮੈਨੂੰ ਲੱਗਦਾ ਕਿ ਜਿਹੜੀ ਮਾਂ ਹੁੰਦੀ ਹੈ ਉਹਨੂੰ ਸਭ ਕੁਛ ਮਤਲਬ ਕਿ ਜੇ ਉਹਦਾ ਦਿਲ ਕਹਿੰਦਾ ਕਿ ਇਹ ਚੀਜ਼ ਠੀਕ ਹੈ ਤਾਂ ਉਹਨੂੰ ਕਰਨੀ ਚਾਹੀਦੀ ਹੈ। ਔਰ ਸਭ ਕੁਛ ਇੰਸਟਰਕਸ਼ਨਸ ਨੂੰ ਫੋਲੋ ਵੀ ਕਰਨਾ ਹੈ, ਜ਼ਰੂਰੀ ਨਹੀਂ ਹੈ। ਸਮਟਾਈਮਸ ਅਸੀਂ ਗਲਤ ਵੀ ਹੋ ਸਕਦੇ ਹਾਂ। ਤੋ ਉਹਨਾਂ ਨੇ ਮਤਲਬ ਮੈਨੂੰ ਖਿਲਾਇਆ ਔਰ ਫਿਰ ਮਤਲਬ ਡਾਕਟਰ ਕੋਲ ਲੈ ਗਏ। ਡਾਕਟਰ ਨੇ ਕਿਹਾ ਹਜੇ ਨਹੀਂ ਹੈਗਾ ਟਾਈਮ, ਅਤੇ ਤੁਸੀਂ ਮਤਲਬ ਕਿ ਥੋੜ੍ਹੇ ਟਾਈਮ ਬਾਅਦ ਹੋਏਗਾ, ਹਜੇ ਨਹੀਂ ਹੈਗਾ ਕੋਈ ਵੀ ਚਾਂਸ ਬਈ ਡਿਲੀਵਰੀ ਹੋਣ ਦਾ। ਤੋ ਫਿਰ ਬਈ ਤਬ ਤੱਕ ਤੁਸੀਂ ਲੇਬਰ ਹੀ ਲਓ। ਤੋ ਨੋਰਮਲੀ ਮੇਰੀ ਮਦਰ ਇਨ ਲੋ ਨੇ ਕਾਫੀ ਟਾਈਮ ਮੇਰਾ ਸਿਰ ਦਬਾਇਆ, ਲੈਗਸ ਦਬਾਈ, ਕੁਛ ਟਾਈਮ ਉਹਨਾਂ ਨੇ ਪਾਠ ਕੀਤਾ। ਮੈਂ ਵੀ ਹਿੰਮਤ ਬਣਾਈ ਰੱਖੀ ਔਰ ਮੈਨੂੰ ਪਤਾ ਸੀਗਾ ਕਿ ਕੁਛ ਨਹੀਂ ਹੋਏਗਾ, ਸਭ ਕੁਛ ਠੀਕ ਹੈ। ਸਭ ਨਾਲ ਜਿਹੜੀ ਮੋਸਟ ਇੰਪੋਰਟੈਂਟ ਥਿੰਗ ਹੈ, ਤੁਹਾਨੂੰ ਮੈਂਟਲੀ ਬਹੁਤ ਸਟਰੋਂਗ ਹੋਣਾ ਪਏਗਾ। ਆਪਣੇ ਮਨ 'ਚ ਚੀਜ਼ ਰੱਖਣੀ ਹੈ ਕਿ ਆਈ ਐਮ ਸਟਰੋਂਗ, ਆਈ ਕੈਨ ਡੂ ਦੈਟ, ਠੀਕ ਹੈ। ਔਰ ਕਿਉਂਕਿ ਮਤਲਬ ਕਿ ਜੇ ਅਸੀਂ ਸਟਰੋਂਗ ਨਹੀਂ ਆ ਨਾ ਤਾਂ ਫਿਰ ਬੱਚੇ ਨੂੰ ਬਹੁਤ ਪ੍ਰੋਬਲਮ ਹੋ ਜਾਂਦੀ ਹੈ ਸਾਨੂੰ ਡਿਲੀਵਰ ਕਰਨ 'ਚ। ਜ਼ਰੂਰੀ ਹੈ ਕਿ ਅਸੀਂ ਆਪਣਾ ਮਾਈਂਡਸੈਟ ਪਹਿਲਾਂ ਬਣਾ ਕੇ ਚੱਲੀਏ। ਔਰ ਜੇ ਮੈਂ ਇਹ ਕਹਾਂ ਕਿ ਵਜਾਈਨਲ ਡਿਲੀਵਰੀ ਇਜ਼ ਬੈਸਟ ਫॉर एवरीवन, ਤੁਹਾਨੂੰ ਉਹਦੇ ਲਈ ਜਾਣਾ ਚਾਹੀਦਾ। ਦੇਖੋ ਹਰ ਜਿਹੜੀ ਮਦਰ ਹੁੰਦੀ ਹੈ ਉਹਦੇ ਵਾਸਤੇ ਬੱਚਾ ਹੈਲਦੀ ਹੋਣਾ ਚਾਹੀਦਾ, ਠੀਕ ਹੈ। ਤੋ ਕੁਛ ਸਰਕਮਸਟਾਂਸਿਸ ਇਹੋ ਜਿਹੇ ਹੋ ਜਾਂਦੇ ਕਿ ਸਾਨੂੰ ਸੀ ਸੈਕਸ਼ਨ ਵਾਸਤੇ ਜਾਣਾ ਪੈਂਦਾ। ਇਹ ਤਾਂ ਮੈਂ ਬਾਰ-ਬਾਰ ਕਹਿੰਦੀ ਕਿ ਮੈਂ ਬਲੈਸ ਸੀਗੀ, ਜਿੱਦਾਂ ਮੈਂ ਚਾਹਿਆ ਉੱਦਾਂ ਹੋਇਆ। ਔਰ ਅਗਰ ਸੀ ਸੈਕਸ਼ਨ ਲਈ ਵੀ ਤੁਹਾਨੂੰ ਮਤਲਬ ਕਿ ਕਰਿਆ ਜਾਂਦਾ ਕਿ ਤੁਹਾਡਾ ਸੀ ਸੈਕਸ਼ਨ ਹੋਣਾ, ਇਟਸ ਓਕੇ। ਸਭ ਨਾਲ ਪਹਿਲੇ ਬੱਚਾ ਮੈਟਰ ਕਰਦਾ ਹੈ, ਠੀਕ ਹੈ। ਔਰ ਉਹਦੇ ਵਾਸਤੇ ਅਸੀਂ ਜਿੱਦ ਲਾਈਏ ਕਿ ਨਹੀਂ ਨਹੀਂ ਸਾਨੂੰ ਨੋਰਮਲ ਡਿਲੀਵਰੀ ਚਾਹੀਦੀ ਐਂਡ ਆਲ ਦੈਟ ਥਿੰਗਸ, ਉਹ ਗਲਤ ਹੈ ਬਿਲਕੁਲ ਹੀ। ਕੋਈ ਮਾਂ ਨਹੀਂ ਚਾਹੁੰਦੀ ਕਿ ਮਤਲਬ ਕਿ ਉਹਦਾ ਬੱਚਾ ਅਨਹੈਲਦੀ ਹੋਏ ਜਾਂ ਕੁਛ ਹੈ, ਕੁਛ ਕੌਮਪਲੀਕੇਸ਼ਨਸ ਹੋ ਜਾਣ, ਕੋਈ ਮਾਂ ਨਹੀਂ ਚਾਹੁੰਦੀ। ਤੋ ਅਗਰ ਤੁਹਾਨੂੰ ਮਤਲਬ ਡਾਕਟਰ ਸੁਜੈਸਟ ਕਰਦੇ ਹੈ ਕਿ ਤੁਸੀਂ ਯੂ ਹੈਵ ਟੂ ਗੋ ਫॉर ਸੀ ਸੈਕਸ਼ਨ, ਤਾਂ ਤੁਹਾਨੂੰ ਕਰਵਾਉਣੀ ਚਾਹੀਦੀ ਹੈ, ਇਟਸ ਓਕੇ। ਬੱਚਾ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਉਸ ਟਾਈਮ 'ਤੇ, ਠੀਕ ਹੈ। ਔਰ ਸਮਟਾਈਮਸ ਹੁੰਦੇ ਕਿ ਸੋਸਾਇਟੀ ਬੋਲਦੀ ਆ ਆਪਰੇਸ਼ਨ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਇਟਸ ਓਕੇ। ਯੂ ਆਰ ਅ ਮਦਰ ਔਰ ਇਗਨੋਰ ਐਵਰੀਥਿੰਗ। ਕੋਈ ਤੁਹਾਨੂੰ ਕੁਛ ਵੀ ਕਵੇ, ਕਿਸੇ ਦੀ ਸੁਣਨ ਦੀ ਲੋੜ ਨਹੀਂ ਹੈਗੀ, ਠੀਕ ਹੈ। ਔਰ ਜੋ ਚੀਜ਼ਾਂ ਝੱਲੀਆਂ ਤੁਸੀਂ ਉਸ ਚੀਜ਼ ਲਈ ਬੈਸਟ ਹੋ, ਤੁਹਾਡੇ ਇਲਾਵਾ ਕੋਈ ਨਹੀਂ ਝੱਲ ਸਕਦਾ ਸੀਗਾ। ਤੋ ਇਟਸ ਓਕੇ, ਲੋਕਾਂ ਨੂੰ ਬੋਲਣ ਦਿਓ, ਲੋਕਾਂ ਦਾ ਕੰਮ ਹੈ ਬੋਲਣਾ। ਤੋ ਮਤਲਬ ਕਿ 8 ਵਜੇ ਦੇ ਅਰਾਊਂਡ ਉਹਨਾਂ ਨੇ ਮਤਲਬ ਕਿ ਬੋਲਿਆ ਕਿ ਹਜੇ ਨਹੀਂ ਹੈਗਾ ਕਾਜਲ, ਯੂ ਹੈਵ ਟੂ ਵੇਟ। ਮਤਲਬ ਟਾਈਮ ਵੀ ਨਹੀਂ ਪਤਾ ਚੱਲਦਾ ਉਸ ਟਾਈਮ ਕਿ ਕੀ ਟਾਈਮ ਹੋਇਆ ਕੀ ਨਹੀਂ। ਅਲੱਗ ਹੀ ਕੁਛ ਇੱਕ ਚੱਲਦਾ ਰਹਿੰਦਾ ਕਿ ਹਾਂ ਬਈ ਕਦੋਂ ਹੋਏਗਾ, ਕਦੋਂ ਹੋਏਗਾ, ਕਦੋਂ ਹੋਏਗਾ। ਬਟ ਥਰੂ ਆਊਟ ਮੈਂ ਰੋਈ ਨਹੀਂ, ਮੈਂ ਨੋਰਮਲ ਬਿਲਕੁਲ ਲੇਬਰ ਲਿੱਤੇ। ਵਿੱਚ ਵਿੱਚ ਝਪਕੀਆਂ ਲੱਗ ਜਾਂਦੀਆਂ ਸੀ, ਵਿੱਚ ਵਿੱਚ ਤੇਜ਼ ਹੋ ਜਾਂਦੀ ਸੀ ਲੇਬਰ। ਇਟ ਇਜ਼ ਓਕੇ। ਇਹ ਸਭ ਕੁਛ ਇੱਕ ਪਾਰਟ ਹੈ ਜੇ ਤੁਸੀਂ ਮਾਂ ਬਣਨਾ। ਔਰ ਮੈਂ ਕੋਈ ਇੰਨੀ ਜਾਣੂ ਨਹੀਂ ਸੀਗੀ ਚੀਜ਼ਾਂ ਦੀ ਕਿ ਮੈਨੂੰ ਪਤਾ ਸੀਗਾ ਪਹਿਲਾਂ ਕੀ ਹੋਣਾ ਕੀ ਨਹੀਂ ਹੋਣਾ। ਇਹ ਮੇਰਾ ਵਿਸ਼ਵਾਸ ਸੀ
ਮੇਰੀ ਬਹੁਤ ਜ਼ਿਆਦਾ ਸ਼ਰਧਾ ਸੀ ਪਰਮਾਤਮਾ 'ਚ ਕਿ ਮੈਂ ਡਰੀ ਨਹੀਂ ਕਿਸੇ ਚੀਜ਼ ਨੂੰ ਲੈ ਕੇ, ਮੈਂ ਆਪਣੀ ਹਿੰਮਤ ਬਣਾਏ ਰੱਖੀ ਔਰ ਉਸ ਸਾਰੀ ਚੀਜ਼ ਨੂੰ ਫੇਸ ਕੀਤਾ। ਕਾਨਾ ਦਾ ਕੇਸ ਬਹੁਤ ਕੰਪਲਿਕੇਟ ਹੋ ਗਿਆ ਸੀਗਾ, ਉਹਦਾ ਸਿਰ ਫਸ ਗਿਆ ਸੀਗਾ ਔਰ ਸਮਟਾਈਮਸ ਅਸੀਂ ਜਦੋਂ ਨਵੀਆਂ ਮਦਰਸ ਬਣਦੇ ਹਾਂ ਤਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਕਿੱਦਾਂ ਲੇਬਰ ਲੈਣੀ ਹੈ, ਕਿੱਦਾਂ ਨਹੀਂ ਲੈਣੀ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ, ਲੇਕਿਨ ਸਮਟਾਈਮਸ ਉਹ ਸਹੀ ਵੀ ਨਹੀਂ ਹੁੰਦੀਆਂ। ਕੋਈ ਗੱਲ ਨਹੀਂ, ਇਟਸ ਓਕੇ। ਡਾਕਟਰ ਸਾਨੂੰ ਗਾਈਡ ਕਰਦੇ ਰਹਿੰਦੇ ਨਾਲ ਨਾਲ ਕਿ ਤੁਸੀਂ ਇੱਦਾਂ ਲੈਣੀ ਹੈ ਲੇਬਰ, ਉੱਦਾਂ ਲੈਣੀ ਹੈ, ਤੋ ਇਟਸ ਓਕੇ। ਠੀਕ ਹੈ, ਡਰਨ ਦੀ ਬਿਲਕੁਲ ਲੋੜ ਨਹੀਂ ਹੈ, ਕਿਸੇ ਦੀ ਸੁਣਨ ਦੀ ਵੀ ਲੋੜ ਨਹੀਂ। ਜੇ ਤੁਹਾਨੂੰ ਪਰਮਾਤਮਾ 'ਤੇ ਵਿਸ਼ਵਾਸ ਹੈ ਨਾ, ਤਾਂ ਤੁਹਾਨੂੰ ਇਹ ਸੁਣਨ ਦੀ ਲੋੜ ਨਹੀਂ ਕਿ ਇੰਨਾ ਜ਼ਿਆਦਾ ਦਰਦ ਹੁੰਦਾ ਹੈ, ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਐਂਡ ਆਲ ਦੈਟ ਥਿੰਗਸ। ਮੈਨੂੰ ਵੀ ਕਈਆਂ ਸੀਗੀਆਂ, ਮੈਂ ਪਰ ਕਿਸੇ ਦੀ ਨਹੀਂ ਸੁਣੀ। ਮੈਨੂੰ ਇਹ ਸੀਗਾ ਕਿ ਠੀਕ ਹੈ ਯਾਰ, ਕਰ ਲਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਜੇ ਪਰਮਾਤਮਾ ਨਾਲ ਖੜਾ ਨਾ, ਤਾਂ ਪਰਮਾਤਮਾ ਤੋਂ ਉੱਤੇ ਤਾਂ ਕੋਈ ਚੀਜ਼ ਨਹੀਂ ਹੈਗੀ ਨਾ। ਤੋ ਵਿਸ਼ਵਾਸ ਬਹੁਤ ਜ਼ਿਆਦਾ ਮੈਟਰ ਕਰਦਾ ਤੁਹਾਡਾ, ਕਿ ਤੁਸੀਂ ਅੱਖਾਂ ਬੰਦ ਕਰਕੇ ਉਹਦੇ ਨਾਲ ਕਹਿ ਰਹੇ ਹੋ ਕਿ ਉਹ ਮੇਰੇ ਨਾਲ ਹੈ, ਤਾਂ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਜਿਵੇਂ ਕਿ ਮੈਂ ਪਹਿਲਾਂ ਕਹਿ ਚੁੱਕੀ ਹਾਂ ਕਿ ਮੈਂ ਰਿਲੀਜੀਅਸ ਹਾਂ, ਤਾਂ ਤੁਹਾਨੂੰ ਝਲਕੀਆਂ ਮਿਲਣਗੀਆਂ ਮੇਰੀਆਂ ਗੱਲਾਂ ਤੋਂ ਕਿ ਉਸ ਪਰਮਾਤਮਾ ਦੇ ਦਮ 'ਤੇ ਹੀ ਮਤਲਬ ਕਿ ਡਿਲੀਵਰੀ ਬਹੁਤ ਅੱਛੀ ਤਰ੍ਹਾਂ ਹੋਈ। ਇੱਕ ਵਾਰੀ ਉਹਦਾ ਸਿਰ ਫਸ ਗਿਆ ਸੀਗਾ ਕਾਨਾ ਦਾ, ਬਟ ਸਭ ਕੁਝ ਹੋ ਗਿਆ ਨੋਰਮਲੀ। ਪੂਰੇ 10 ਵਜੇ ਉਹ ਬੋਰਨ ਹੋਇਆ ਔਰ ਹੋਇਆ ਤਾਂ ਫਿਰ ਉਹ ਰੋਇਆ ਨਹੀਂ। ਡਾਕਟਰਸ ਵੀ ਇੱਕ ਮੂਮੈਂਟ ਲਈ ਪੈਨਿਕ ਕਰ ਗਏ ਕਿ ਕਾਜਲ ਇਹ ਰੋ ਨਹੀਂ ਰਹਾ। ਜਦੋਂ ਹੁੰਦਾ ਉਹ ਤੁਹਾਨੂੰ ਦੱਸਦੇ ਨਹੀਂ ਹੈ ਕਿ ਕੀ ਹੈ ਕੀ ਨਹੀਂ, ਬॉय ਹੈ ਜਾਂ ਗਰਲ ਹੈ, ਬਸ ਉਹਨਾਂ ਨੇ ਕਿਹਾ ਕਿ ਬੱਚਾ ਰੋ ਨਹੀਂ ਰਹਾ ਹੈ। ਤਾਂ ਆਈ ਵਾਜ਼ ਲਾਈਕ, ਉਹ ਇੱਕ ਮੂਮੈਂਟ ਸੀ ਜਿੱਥੇ ਮੈਂ ਵੀਕ ਹੋ ਗਈ, ਥੋੜ੍ਹੀ ਲੋਸਟ ਹੋ ਗਈ ਔਰ ਮੈਨੂੰ ਲੱਗਿਆ ਕਿ ਹੁਣ ਮੈਂ ਇੰਨਾ ਕੁਛ ਟੋਲਰੇਟ ਕਰ ਲਿਆ, ਹੁਣ ਮੇਰਾ ਬੱਚਾ ਰੋਇਆ ਨਹੀਂ, ਪਰਮਾਤਮਾ ਕੁਛ ਵੀ ਕਰ, ਇਹ ਰੋਣਾ ਚਾਹੀਦਾ। ਔਰ ਰੋਇਆ, ਫਿਰ ਤਾਂ ਉਹ ਇੱਦਾਂ ਰੋਇਆ ਕਿ ਮਤਲਬ ਉਹਨੇ ਪੂਰਾ ਨਰਸਿੰਗ ਹੋਮ ਸਿਰ 'ਤੇ ਚੱਕ ਲਿਆ ਔਰ ਡਾਕਟਰ ਨੇ ਵੀ ਕਿਹਾ ਕਿ ਪਤਾ ਨਹੀਂ ਮੁੰਡਾ ਸੀਟੀਆਂ ਲੈ ਕੇ ਪੈਦਾ ਹੋਇਆ ਤੇਰਾ। ਬਟ ਉਹ ਰੋਇਆ ਇਸ ਲਈ, ਉਹ ਭੁੱਖਾ ਸੀਗਾ ਕਿਉਂਕਿ ਮੈਂ ਕੁਛ ਨਹੀਂ ਖਾਧਾ ਹੋਇਆ ਸੀਗਾ। ਤੋ ਅਗਰ ਤੁਸੀਂ ਪਰਮਾਤਮਾ 'ਤੇ ਵਿਸ਼ਵਾਸ ਰੱਖਦੇ ਹੋ ਅਤੇ ਤੁਹਾਨੂੰ ਲੱਗਦਾ ਹੈ ਕਿ ਹਾਏ ਮੈਨੂੰ ਹਜੇ ਤੱਕ ਕਨਸੀਵ ਕਿਉਂ ਨਹੀਂ ਹੋਇਆ, ਹੋ ਜਾਏਗਾ। ਟਾਈਮ ਦਿਓ, ਸਬਰ ਰੱਖੋ। ਸਬਰ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ। ਜਿੰਨਾ ਤੁਸੀਂ ਸਬਰ ਕਰੋਗੇ, ਤੁਹਾਨੂੰ ਮਤਲਬ ਕਿ ਜਿੰਨਾ ਤੁਸੀਂ ਸੋਚਿਆ ਨਾ, ਉਸ ਤੋਂ ਵੀ ਡਬਲ ਪਰਮਾਤਮਾ ਨੇ ਸੋਚਿਆ ਹੋਇਆ ਤੁਹਾਨੂੰ ਦੇਣ ਵਾਸਤੇ। ਤੋ ਸਬਰ ਨਹੀਂ ਟੁੱਟਣਾ ਚਾਹੀਦਾ ਔਰ ਆਪਣੀਆਂ ਜਿਹੜੀਆਂ ਉਮੀਦਾਂ ਉਹ ਟੁੱਟਣੀਆਂ ਨਹੀਂ ਚਾਹੀਦੀਆਂ। ਇੱਕ ਜਿਹੜੀ ਵੀ ਰੰਗਾਂ 'ਚ ਤੁਹਾਨੂੰ ਰੱਖੇ, ਤੁਹਾਨੂੰ ਉਹਦੇ 'ਚ ਰਾਜ਼ੀ ਰਹਿਣਾ ਚਾਹੀਦਾ। ਬਾਕੀ ਜੋ ਹੋ ਸਕੇ ਪੋਜ਼ੀਟਿਵ ਰਹੋ। ਅਗਰ ਕਨਸੀਵ ਕਰਨਾ ਹੈ ਤਾਂ ਯੂ ਹੈਵ ਟੂ ਬੀ ਵੈਰੀ ਪੋਜ਼ੀਟਿਵ। ਆਪਣੇ ਉੱਤੇ ਸਟਰੈਸ ਨੂੰ ਹਾਵੀ ਨਹੀਂ ਹੋਣ ਦੇਣਾ ਕਿ ਮਤਲਬ ਕਿ ਬਹੁਤ ਜ਼ਿਆਦਾ ਸਟਰੈਸ ਹੋ ਰਿਹਾ ਲਾਈਫ 'ਚ ਔਰ ਕਨਸੀਵ ਨਹੀਂ ਹੋ ਰਿਹਾ। ਜੇ ਇੱਕ ਮਦਰ ਬਣਨਾ ਤਾਂ ਉਹਦੇ ਵਾਸਤੇ ਤੁਹਾਡਾ ਖੁਸ਼ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਦਿਸ ਇਜ਼ ਮਾਈ ਜਰਨੀ, ਜਿਹੜੀ ਕਿ ਮੈਂ ਅੱਜ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤੀ ਔਰ ਵਿੱਚ ਅਸੀਂ ਇੰਨਾ ਟਾਈਮ ਟੱਚ 'ਚ ਨਹੀਂ ਸੀਗੇ, ਜਸਟ ਬਿਕੋਜ਼ ਐਗਜ਼ਾਮ ਸੀਗੇ ਮੇਰੇ B.Ed ਫਸਟ ਈਅਰ ਦੇ। 5 ਇਅਰਸ ਦੇ ਗੈਪ ਤੋਂ ਬਾਅਦ ਸਟੱਡੀ ਸੀਗੀ ਮੇਰੀ, ਤੋ ਉਹਦਾ ਮੇਰਾ ਰਿਜ਼ਲਟ ਵੀ ਆ ਗਿਆ, ਜੋ ਕਿ 72% ਰਿਹਾ। ਆਈ ਐਮ ਹੈਪੀ ਵਿਦ ਮਾਈ ਰਿਜ਼ਲਟ ਬਿਕੋਜ਼ ਮੈਨੂੰ ਲੱਗਿਆ, ਉਮੀਦ ਨਹੀਂ ਸੀਗੀ ਕਿ ਮਤਲਬ ਕਿ ਮੇਰੇ 72% ਆ ਜਾਣਗੇ। ਮੈਨੂੰ ਲਰਨਿੰਗ 'ਚ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਹੋ ਰਹੀ ਸੀਗੀ, ਬਟ ਆਈ ਐਮ ਸੋ ਹੈਪੀ ਅਬਾਊਟ ਮਾਈ ਮਾਰਕਸ। ਸਮਟਾਈਮਸ ਮੈਨੂੰ ਲੱਗਦਾ ਕਿ ਜਿੰਨਾ ਮੈਂ ਹੋ ਸਕਾਂ ਨੈਚੁਰਲ ਆਪਣੀ ਚੀਜ਼ਾਂ ਨੂੰ ਤੁਹਾਡੇ ਤੱਕ ਪਹੁੰਚਾਵਾਂ, ਤਾਂ ਕਿ ਮੇ ਬੀ ਕਿਸੇ ਨੂੰ ਹੈਲਪ ਕਰ ਸਕਣ। ਜਿੰਨਾ ਅਸੀਂ ਜ਼ਿਆਦਾ ਪੋਜ਼ੀਟਿਵ ਰਹਾਂਗੇ, ਇਟ ਵਿਲ ਗੁੱਡ ਫॉर ਅਸ ਟੂਵਰਡਸ ਲਾਈਫ। Thank you very much for watching my video. Thank you.